प्रोग्राम क्षमादान ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਸਮਾਂ ਹੈ ਜੀ ਸ਼ਾਮ ਦੇ 6:30 ਦਾ। ਤਰੀਕ ਹੈ 27 ਅਕਤੂਬਰ ਅਤੇ ਦਿਨ ਹੈ ਜੀ ਬੁੱਧਵਾਰ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ, ਜੋ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 ਸੀਡੀਐਲ ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ 'ਚ ਖੁੱਲ੍ਹ ਗਿਆ ਜੀ। ਇੱਥੇ ਤੁਹਾਨੂੰ CDL ਕਲਾਸ A, B and P ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਬੱਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ, ਟ੍ਰੇਲਰ ਸਿੱਖ ਕੇ ਤੁਸੀਂ ਆਪਣਾ ਅੱਛੀ ਜੌਬ ਲੈ ਸਕਦੇ ਹੋ। ਇਸ ਤੋਂ ਇਲਾਵਾ CDL 2020 ਡਰਾਈਵਿੰਗ ਸਕੂਲ ਦੇ ਕਹਿੰਦੇ ਨੇ ਜੀ ਕਿ ਅਮਰੀਕਾ ਦੇ ਵਿੱਚ, US ਦੇ ਵਿੱਚ ਸਕੂਲ ਬੱਸ ਡਰਾਈਵਰਾਂ ਦੀ ਬੜੀ ਹਾਇਰਿੰਗ ਚੱਲ ਰਹੀ ਹੈ। ਸੋ 7 days a week ਤੁਹਾਨੂੰ ਇਹ ਜਲਦੀ ਨਾਲ ਡਰਾਈਵਿੰਗ ਸਿਖਾ ਕੇ ਅਤੇ ਤੁਸੀਂ ਸਕੂਲ ਬੱਸ ਡਰਾਈਵਰ ਬਣ ਸਕਦੇ ਹੋ। ਸਨੀ ਨਾਲ ਸੰਪਰਕ ਕਰ ਲਓ 5406560985 'ਤੇ। ਜੇਕਰ ਟਿਊਸ਼ਨ ਫੀ ਦੀ ਕੋਈ ਤੰਗੀ ਹੈ ਤਾਂ ਇਹਨਾਂ ਨਾਲ ਜ਼ਰੂਰ ਗੱਲ ਖੁੱਲ੍ਹ ਕੇ ਕਰ ਲਓ, ਤੁਹਾਨੂੰ ਕੋਈ ਨਾ ਕੋਈ ਰਾਹ ਦੱਸਣਗੇ। ਇਸ ਤੋਂ ਇਲਾਵਾ ਸਟੇ ਫਰੀ ਹੈ, ਪਿਕ ਐਂਡ ਡਰੋਪ ਫਰੀ ਹੈ ਅਤੇ ਮਲਟੀ ਲੈਂਗੁਏਜਿਸ ਪੰਜਾਬੀ, ਹਿੰਦੀ, ਉਰਦੂ, ਅਰੈਬਿਕ, ਫਰੈਂਚ, ਇੰਗਲਿਸ਼ ਦੇ ਵਿੱਚ ਡਰਾਈਵਿੰਗ ਸਿਖਾਉਂਦੇ ਨੇ। ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 days, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਇਸ ਵਕਤ ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਦੇ ਨਾਲ ਜਿਹੜਾ ਆਪਾਂ ਰਾਬਤਾ ਕਾਇਮ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਅੱਗੇ ਤੋਰਾਂਗੇ। ਸੋ ਤੁਸੀਂ ਵੀ ਜੇਕਰ ਰੇਡੀਓ ਪੰਜਾਬ ਟੂਡੇ ਦਾ ਕੋਈ ਵੀ ਪ੍ਰੋਗਰਾਮ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 'ਤੇ 97801 41741 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਸ ਦੇ ਲਈ ਮੈਂ ਨਾਲ ਦੀ ਨਾਲ ਇਹ ਵੀ ਤੁਹਾਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਜੇਕਰ ਕੋਈ ਵੀ ਵੀਰ ਸਾਡੇ ਨਾਲ ਬਤੌਰ ਪੱਤਰਕਾਰ ਜਾਂ ਹੋਸਟ ਕਿਸੇ ਵੀ ਕੰਟਰੀ ਤੋਂ ਜੁੜਨਾ ਚਾਹੁੰਦਾ ਤਾਂ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਨੇ। ਅਤੇ ਪੱਟੀ ਸਾਹਿਬ ਦੇ ਨਾਲ
ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਸੋ ਤਾਜ਼ਾ ਤਰੀਨ ਖਬਰਾਂ ਸਿੰਘੂ ਤੋਂ ਖਬਰ ਆ ਰਹੀ ਹੈ, ਜਿੱਥੇ ਲਖਵੀਰ ਸਿੰਘ ਜਿਸ ਦਾ ਉੱਥੇ ਕਤਲ ਹੋ ਗਿਆ ਸੀਗਾ, ਉਸ ਨੂੰ ਕੁਝ ਲੋਕ ਮੁਆਵਜ਼ਾ ਦਿਵਾਉਣ ਦੇ ਲਈ ਜਿਹੜਾ ਗਏ ਸੀਗੇ। ਉਹ ਕੌਣ ਸੀ ਇਹ ਪਤਾ ਨਹੀਂ ਚੱਲ ਸਕਿਆ, ਪਰ ਪੁਲਿਸ ਵੱਲੋਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ। ਸੋ ਇਹ ਉੱਥੇ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਦੱਸਿਆ ਜਾ ਰਿਹਾ ਕਿ ਆਪਣੇ ਆਪ ਨੂੰ ਇਹ ਪਰਿਵਾਰਕ ਮੈਂਬਰ ਦੱਸ ਰਹੇ ਸੀਗੇ। ਸੋ ਇਹਨਾਂ ਦੇ ਬਾਰੇ ਕੁਝ ਅਪਡੇਟ ਉੱਥੋਂ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅੱਜ ਇਨਵੈਸਟਰਸ ਮੀਟ ਜਿਹੜੀ ਹੈ ਉਹ ਹੋਈ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਾਫੀ ਰਿਆਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਇਹਦੇ ਵਿੱਚ ਵਪਾਰੀਆਂ ਨੂੰ ਜੋ ਰਿਆਇਤਾਂ ਦਿੱਤੀਆਂ ਗਈਆਂ ਉਹਦੇ ਵਿੱਚ ਬਿਜਲੀ ਦੇ ਖਰਚੇ ਜਿਹੜੇ ਨੇ, ਇੱਕ ਮਸ਼ੱਕਤ ਜਿਹੜੇ ਖਰਚੇ ਨੇ ਉਹ ਘਟਾਏ ਗਏ ਨੇ ਤੇ ਇਸ ਦੇ ਨਾਲ ਵੈਟ ਨਾਲ ਸੰਬੰਧਿਤ ਕੁਝ ਜਿਹੜੇ ਨੇ ਕੋਈ ਪੈਂਡਿੰਗ ਕੇਸਿਸ ਸੀਗੇ ਉਹ ਵੀ ਜਿਹੜੇ ਹੈ ਖਾਰਜ ਕਰ ਦਿੱਤੇ ਗਏ ਨੇ। ਸੋ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ ਰਾਬਤਾ ਬਣ ਗਿਆ ਜੀ ਤੇ ਉਹਨਾਂ ਦੇ ਨਾਲ ਅੱਗੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਭੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ, ਭਾਜਪਾ ਦੀ ਕੱਲ੍ਹ ਨੂੰ ਮੀਟਿੰਗ ਹੋਣ ਵਾਲੀ ਹੈ। ਸੋ ਕੀ ਹੋ ਸਕਦਾ ਉਹਦੇ ਵਿੱਚ? ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਦਾਅਵਾ ਕੀਤਾ ਹੈ ਕਿ ਮੇਰੀਆਂ ਜਿਹੜੀਆਂ ਮੁੱਖ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਸਿੱਧੀ ਗੱਲਬਾਤ ਚੱਲ ਰਹੀ ਹੈ ਕਿਸਾਨ ਮਸਲਿਆਂ ਦੇ ਉੱਤੇ। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਆ ਜੀ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕੈਪਟਨ ਨੂੰ ਕਿਉਂ ਹੀਰੋ ਬਣਾਉਣਗੇ, ਤੁਸੀਂ ਆਪ ਸਿਆਣੇ। ਜੇ ਉਹ ਹੀਰੋ ਬਣਾਉਣਗੇ ਤੇ ਆਪਣੇ ਕਿਸੇ ਕਰਿੰਦੇ ਨੂੰ ਬਣਾਉਣਗੇ ਵੀ ਇਹਦੇ ਕਰਕੇ ਕੰਮ ਕੀਤਾ ਜੀ ਨਹੀਂ ਕਰਿਆ ਸਕਦਾ। ਇਹਦੇ ਬਾਬਤ ਅੱਜ ਬਕਾਇਦਾ ਤੌਰ ਤੇ ਹਰਜੀਤ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੱਲ ਸਾਡੀ ਪੰਜਾਬ ਦੀ ਮੀਟਿੰਗ ਜੀ ਚੰਡੀਗੜ੍ਹ 'ਚ ਮੀਟਿੰਗ ਹੋਏਗੀ। ਉਹਦੇ ਵਿੱਚ ਕੇਂਦਰੀ ਚ ਰਜਿੰਦਰ ਸਿੰਘ ਸ਼ੇਖਾਵਤ ਸਾਡੇ ਆ ਰਹੇ, ਮੀਨਾਕਸ਼ੀ ਲੇਖੀ ਆ ਗਈ ਤੇ ਹਰਦੀਪ ਸਿੰਘ ਆ ਰਹੇ, ਪੁਰੀ ਆ ਰਹੇ ਜੀ। ਉਸ ਮੀਟਿੰਗ 'ਚ ਜਿਹੜਾ ਇਹ ਕਿਸਾਨਾਂ ਦਾ ਮੁੱਦਾ ਬੜੀ ਮੁਸਤੈਦੀ ਦਾ ਵਿਚਾਰਿਆ ਜਾਏਗਾ ਤੇ ਸਾਨੂੰ ਉਮੀਦ ਆ ਵੀ ਕੱਲ ਤੱਕ ਕਿਸੇ ਦਾ ਕੋਈ ਹੱਲ ਕਰ ਲਵਾਂਗੇ ਜੀ। ਉਹਨਾਂ ਦਾ ਕਹਿਣ ਤੋਂ ਬਾਅਦ ਵੀ ਜਲਦੀ, ਮਤਲਬ ਕੱਲ ਇਹ ਮੁੱਦਾ ਉੱਥੇ ਜਿਹੜਾ ਵਾ ਬੜਾ ਭਾਰੂ ਰਹਿ ਗਿਆ ਗੱਲਬਾਤ ਦੇ ਵਿੱਚ ਤੇ ਬਹੁਤ ਜਲਦੀ ਮਸਲਾ ਹੱਲ ਕਰ ਲਾਂਗੇ। ਤੇ ਕੈਪਟਨ ਸਾਹਿਬ ਇਹ ਕਹੀ ਜਾ ਰਹੇ ਵੀ ਮੈਂ ਜੀ ਜਾ ਕੇ ਕੱਲ ਮਿਲ ਰਿਹਾ ਵੀ ਤੁਹਾਡੀ ਗੱਲ ਠੀਕ ਹੈ, ਮਿਲ ਰਹੇ ਚੰਗੀ ਗੱਲ ਆ। ਲੇਕਿਨ ਹਰਜੀਤ ਗਰੇਵਾਲ ਦੀ ਲਗਭਗ ਗੱਲ ਜਿਹੜੀ ਥੋੜੀ ਜਿਹੀ ਭਰੋਸੇਯੋਗਤਾ ਵਾਲੀ ਹੁੰਦੀ ਹੈ, ਕਿਉਂਕਿ ਪਹਿਲਾਂ ਉਹਨੇ ਸ਼ੁਰੂ 'ਚ ਕਿਹਾ ਸੀ ਵੀ ਸਿੱਧੂ ਦੀ ਵਾਪਸੀ ਬੀਜੇਪੀ 'ਚ ਕਦੀ ਨਹੀਂ ਹੋਏਗੀ, ਨਹੀਂ ਹੋਏਗੀ। ਇਹਨੇ ਸਾਰੇ ਲੀਡਰ ਨੂੰ ਗਾਲਾਂ ਬੜੀਆਂ ਕੱਢੀਆਂ ਜੀ, ਉਹ ਵਾਕਿਆ ਵਾਪਸੀ ਨਹੀਂ ਹੋਈ। ਫਿਰ ਉਹ ਕਹਿੰਦਾ ਰਿਹਾ ਵੇਖੋ ਜੀ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਹੋਏਗੀ, ਕਿਉਂਕਿ ਜਿਹੜੇ ਕਾਨੂੰਨ ਆ ਜਦੋਂ 22 ਜਨਵਰੀ ਤੋਂ ਬਾਅਦ ਮੀਟਿੰਗ ਬੰਦ ਹੋਈ, ਕਿਸਾਨਾਂ ਦੀ ਮੀਟਿੰਗ ਕੋਈ ਨਹੀਂ ਹੋਏਗੀ ਜੀ। ਕਿ ਕਾਨੂੰਨ ਬਿਲਕੁਲ ਕਿਸਾਨਾਂ ਦੇ ਹੱਕ 'ਚ ਬਣਾਏ ਗਏ ਆ, ਉਹ ਕਿਸਾਨਾਂ ਦੀ ਫੇਵਰ 'ਚ ਨੇ। ਇਹ ਜਾਣ ਕੇ ਥੋੜੇ ਜਿਹੇ ਬੰਦੇ ਬੈਠੇ, ਕਾਵੜ ਬੈਠੇ, ਉੱਥੇ ਦੇ ਬੈਠੇ, ਬਾਕੀ ਆਮ ਜਿਹੜੇ ਲੋਕ ਆਪਣੇ ਖੇਤਾਂ 'ਚ ਕੰਮ ਕਰ ਰਹੇ ਜੀ। ਹੁਣ ਜੇ ਉਹ ਇੰਨੀ ਗੱਲ ਕਹਿੰਦਾ ਵੀ ਕੱਲ ਸਾਡੀ ਜਿਹੜੀ ਮੀਟਿੰਗ ਚੰਡੀਗੜ੍ਹ 'ਚ ਹੋਣੀ, ਉੱਥੇ ਮੁੱਦਾ ਜਿਹੜਾ ਕਿਸਾਨਾਂ ਦਾ ਛਾਇਆ ਰਹੇਗਾ ਤੇ ਜਲਦੀ ਹੀ ਅਸੀਂ ਜਿਹੜੇ ਇੱਥੇ ਫੈਸਲਾ ਕਰਾਂਗੇ ਜੀ। ਇਹਦਾ ਮਤਲਬ ਹਾਈ ਕਮਾਂਡ ਨੇ ਉਹਨਾਂ ਨੂੰ ਕੋਈ ਨਾ ਕੋਈ ਤੋਂ ਹਰੀ ਝੰਡੀ ਦਿੱਤੀ ਹੈ ਤੇ ਫਿਰ ਵੀ ਗੱਲ ਕਹਿ ਰਿਹਾ। ਇਸ ਕਰਕੇ ਕਿਸਾਨਾਂ ਦੇ ਮੁੱਦੇ ਤੇ ਭਾਵੇਂ ਕੈਪਟਨ ਸਾਹਿਬ ਕਹਿ ਰਿਹਾ ਵੀ ਮੈਂ 3 ਮੀਟਿੰਗਾਂ ਕਰ ਚੁੱਕਾ ਇਹਦੇ ਬਾਰੇ ਚ ਹੋਮ ਮਿਨਿਸਟਰ ਆਫ ਇੰਡੀਆ ਜੀ, ਲੇਕਿਨ ਉਹ ਕਹਿੰਦੇ ਮਸਲਾ ਹੱਲ ਕਰੋ। ਇਹ ਸਾਰੇ ਕਹਿੰਦੇ ਮਸਲਾ ਹੱਲ ਕਰੋ। ਇੱਥੋਂ ਤੱਕ ਹਰਜੀਤ ਗਰੇਵਾਲ ਨੂੰ ਬੂਟਾ ਸਿੰਘ ਰੱਖਿਆ ਦਿੱਤਾ, ਭਾਈ ਵੇਖੋ ਜਿਹੜਾ ਵੀ ਬੰਦਾ ਸਾਡੇ ਕੋਲ ਮਸਲਾ ਹੱਲ ਕਰਕੇ ਗਿਆ ਸੀ ਉਹਦੀ ਗੱਲ ਚ ਹਾਰਾਂ ਦਾ ਪੰਜ ਸਵਾਗਤ ਕਰਾਂ। ਉਹਨਾਂ ਕੋਲੋਂ ਇੱਕ ਲੈਟਰ ਲੈ ਕੇ ਆਉਣ ਨਾਲ ਮਸਲਾ ਹੱਲ ਨਹੀਂ ਹੋਣਾ ਜੀ। ਇਹ ਬਕਾਇਦਾ ਤੌਰ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਆ ਉੱਥੋਂ ਜਿਹੜੇ ਬਕਾਇਦਾ ਤੌਰ ਤੇ ਫਿਰ ਉਸੇ ਤਰ੍ਹਾਂ ਹੀ ਇਹ ਬਣਨੇ ਜੀ।
ਉਸੇ ਦੇ ਰੱਦ ਕੀਤੇ ਜਾਣੇ ਇਹਨਾਂ ਨੂੰ। ਇੱਕ ਲੈਟਰ ਦੇ ਦਿਓ, ਕੱਲ ਨੂੰ ਫਿਰ ਕਹਿੰਦੇ ਲੈਟਰ ਨਹੀਂ ਮੰਨਦੇ ਅਸੀਂ ਜੀ, ਫਿਰ ਗੱਲ ਬਣੂਗੀ। ਇਸੇ ਕਰਕੇ ਰਾਜੋਵਾਲ ਸਾਹਿਬ ਨੇ ਪਹਿਲੇ ਨੇ ਕਿਹਾ ਸੀ ਵੀ ਜੀ ਉਦਾਂ ਹੀ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਫਿਰ ਅਸੀਂ ਮਨਜ਼ੂਰੀ ਦਿਆਂਗੇ। ਇਸ ਕਰਕੇ ਜੇ ਉਹਨਾਂ ਨੇ ਇੰਨੀ ਗੱਲ ਕਹੀ ਹੁਣ ਹੋਣੀ ਹੈ, ਜਾਂ ਕੋਈ ਸਪੈਸ਼ਲ ਸੈਸ਼ਨ ਬਣਾ ਲੈਣਗੇ ਜਾਂ ਕੋਈ ਕੈਬਨਿਟ ਪਾਸ ਕਰਕੇ ਦੇ ਦੇਣਗੇ ਵੀ ਅਸੀਂ ਆਹ ਵੇਖੋ ਜੀ ਆਹ ਜਿਹੜੇ ਕਾਨੂੰਨ ਰੱਦ ਕਰਦੇ ਆ। ਪਰ ਰੱਦ ਕਰਨੇ ਸਾਰੇ ਇੰਨੇ ਸੌਖੇ ਨਹੀਂ। ਦੂਸਰੀ ਚੀਜ਼ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਰਹੇ ਸੀਗੇ ਵੀ IB ਦੇ ਬਿਊਰੋ ਚੀਫ ਦੇ ਨਾਲ, ਜਿਹੜਾ IB ਦਾ ਜਿਹੜਾ DGP ਆ ਉਹਦੇ ਨਾਲ ਕਿਸਾਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਆ, ਅਕਸਰ ਚੱਲਦੀ ਰਹਿੰਦੀ। ਉਹ ਕੈਪਟਨ ਨੇ ਅੱਜ ਕਿਹਾ ਜੀ ਉਹਨਾਂ ਜੀ ਬੈਕ ਕਾਰਨਰ ਤੇ ਗੱਲ ਚੱਲਦੀ ਰਹਿੰਦੀ ਹੈ, ਉਹ ਚੱਲਦੀ ਰਹੀ ਕਸਮ ਹੈ, ਤੁਹਾਨੂੰ ਪਤਾ ਇਸ ਬਾਰੇ। ਉਹ ਗੱਲਬਾਤ ਜਿਹੜੀ ਆ ਇੱਕ ਤੇ ਲਿਖਤੀ ਪੜਤੀ ਹੁੰਦੀ ਆ ਤੇ ਇੱਕ ਉਦਾਂ ਹੁੰਦੀ ਹੈ। 4 ਮੀਟਿੰਗਾਂ ਕਹਿੰਦੇ ਹੋਈਆਂ ਨੇ ਅਫੀਸ਼ੀਅਲ ਇਹਨਾਂ ਦੇ ਕਿਸਾਨਾਂ ਨਾਲ ਹੋਈਆਂ ਨੇ, ਨਹੀਂ ਕੋਈ ਗੱਲ ਬਣੀ, ਵੱਖਰੀ ਗੱਲ ਆ। ਲੇਕਿਨ ਜਿਹੜੀ ਬੈਕਡੋਰ ਤੇ ਗੱਲਬਾਤ ਇਹਨਾਂ ਦੀ ਹੋ ਰਹੀ ਹੈ ਉਹਦੇ ਮੁਤਾਬਕ ਇਹ ਆ ਵੀ ਮਸਲਾ ਜਲਦੀ ਹੱਲ ਹੋਣਾ ਪਾਸੇ। ਕਾਲ ਜਿਹੜੀ ਹੈ ਜੀ ਉਹ ਟੁੱਟ ਗਈ ਸੀ। ਕੋਸ਼ਿਸ਼ ਕਰਦੇ ਹਾਂ ਭੱਟੀ ਸਾਹਿਬ ਦੇ ਨਾਲ ਮੁੜ ਤੋਂ ਰਾਬਤਾ ਕਰਨ। ਜੀ ਭੱਟੀ ਸਾਹਿਬ ਕਾਲ ਟੁੱਟ ਗਈ ਜੀ ਜੀ। ਉਹ ਹੁਣ ਜਿਹੜਾ ਅਸੀਂ ਇਹ ਮਸਲਾ ਮੇਖੋ ਉਮੀਦ ਆ ਜੇ ਜਿਹੜਾ ਕੈਪਟਨ ਸਾਹਿਬ ਵੀ ਕਹਿ ਰਹੇ ਨੇ, ਗਰੇਵਾਲ ਸਾਹਿਬ ਵੀ ਕਹਿ ਰਹੇ ਨੇ, ਮਸਲਾ ਹੋ ਜੀ ਸਰਕਾਰ ਹੁਣ ਜਿਹੜੀ ਯੂਪੀ ਤੋਂ ਬੜੀ ਬੁਰੀ ਤਰ੍ਹਾਂ ਫਸੇ। ਅੱਛਾ ਜੀ। ਭਾਵੇਂ ਕੱਲ ਜਾ ਕੇ ਪੂਰਵਾਂਚਲ ਦੇ ਵਿੱਚ ਜਿਹੜਾ ਵਾ ਉਹ ਬੜੇ ਰਿਆਇਤਾਂ ਦਿੱਤੀਆਂ ਨੇ, ਮੋਦੀ ਸਾਹਿਬ ਨੇ ਬੜਾ ਕੁਛ ਕਿਹਾ ਉੱਥੇ। ਉੱਥੇ ਲਖੀਮਪੁਰ, ਵੈਸਟ ਯੂਪੀ ਇਹ ਜਿਹੜੇ ਲਗਭਗ ਟੁੱਟ ਚੁੱਕੇ ਨੇ ਉਹਨਾਂ ਦੇ, ਜਿੱਥੋਂ ਉਹ ਘਬਰਾਏ ਪਏ ਨੇ ਵੀ ਜੇ ਯੂਪੀ ਅਸੀਂ ਹਾਰ ਗਏ ਤੇ ਇਹਦਾ ਅਸਰ ਸਾਰੇ ਹਿੰਦੁਸਤਾਨ ਤੇ ਪੈਣਾ ਜੀ। ਇਸ ਕਰਕੇ ਉਹ ਚਾਹੁੰਦੇ ਵੀ ਕਿਸੇ ਤਰੀਕੇ ਨਾਲ ਕਿਸਾਨਾਂ ਦਾ ਮਸਲਾ ਹੋ ਜਾਏ, ਤੇ ਕਿਸਾਨ ਵੀ ਚਾਹੁੰਦੇ ਵੀ ਕਿਸੇ ਤਰੀਕੇ ਨਾਲ ਮਸਲਾ ਸਾਡਾ ਹੱਲ ਹੋਵੇ। ਹੁਣ ਥੱਕ ਵੀ ਗਏ ਜੇ, ਸਾਲ ਹੋ ਗਿਆ ਬੈਠੇ ਨੂੰ। ਤੇ ਉਮੀਦ ਆ ਵੀ ਜਿਹੜੀ ਕੱਲ ਦੀ ਮੀਟਿੰਗ ਆ ਉਹਦੇ ਚੋਂ ਕੀ ਨਿਕਲਦਾ, ਭਾਜਪਾ ਦੇ ਵਿੱਚੋਂ ਕੀ ਗੱਲਾਂ ਨਿਕਲਦੀਆਂ ਉਹ ਤੇ ਕੱਲ ਹੀ ਪਤਾ ਲੱਗੂਗਾ। ਕੱਲ ਫਿਰ ਡਿਸਕਸ ਕਰਾਂਗੇ ਆਪਾਂ। ਲੇਕਿਨ ਅੱਜ ਦੀ ਡੇਟ ਇਹ ਆ ਵੀ ਕੈਪਟਨ ਸਾਹਿਬ ਨੇ ਸੰਕੇਤ ਦਿੱਤੇ, ਮਸਲਾ ਹੱਲ ਹੋਣ ਦਿੱਤੇ, ਹਰਜੀਤ ਗਰੇਵਾਲ ਨੇ ਸੰਕੇਤ ਦਿੱਤੇ ਵੀ ਕਿਸਾਨਾਂ ਦਾ ਮਸਲਾ ਜਲਦੀ ਹੱਲ ਹੋ ਜਾਏਗਾ। ਜੀ। ਤੇ ਬਿਲਕੁਲ ਜਿੱਥੇ ਇਹਨਾਂ ਨੇ ਗੱਲ ਕਹੀ ਸੀ ਉਹ ਸੀਗੀ ਜੀ ਪ੍ਰੈਸ ਕਾਨਫਰੰਸ, ਤੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਪਾਰਟੀ ਐਲਾਨ ਕਰ ਦਿੱਤਾ, ਨਾਂ ਨਹੀਂ ਦੱਸਿਆ ਪਾਰਟੀ ਦਾ। ਕਾਂਗਰਸ ਕਹਿੰਦੇ ਮੈਂ ਛੱਡ ਦੂੰਗਾ, ਹਾਂਜੀ, ਤੇ ਅਲਾਇੰਸ BJP ਨਾਲ ਤੇ ਢੀਂਡਸਾ ਸਾਹਿਬ ਨਾਲ ਹੋਏਗਾ। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਆ, ਪਹਿਲੀ ਗੱਲ ਤੋਂ ਨਾ ਜਿਹੜੀ ਪਹਿਲਾਂ ਝੂਠ ਬੋਲਿਆ ਵਾ, ਇਹ ਝੂਠ ਬੋਲਿਆ ਵੀ ਵੇਖੋ ਜੀ ਅਸੀਂ ਜਿਹੜੀ ਆ ਉਹ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਵਾਸਤੇ ਲਿਖਿਆ ਵਾ ਵੀ ਉਹ ਚੋਣ ਨਿਸ਼ਾਨ ਕੱਲਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ, ਉਹ ਪਾਰਟੀ ਨੂੰ ਮਿਲਣਾ। ਬਿਲਕੁਲ ਜੀ। ਜੇ ਤੁਸੀਂ ਲਿਖਿਆ ਤੇ ਦਾ ਮਤਲਬ ਤੁਸੀਂ ਪਾਰਟੀ ਦਾ ਨਾਮ ਹੀ ਰੱਖਿਆ ਹੋਊਗਾ ਤੇ ਐਲਾਨ ਕਰ ਦਿਓ ਕਿਹੜੀ ਪਾਰਟੀ ਰੱਖੀ। ਐਡੀ ਕਿੱਡੀ ਗੱਲ ਹੈ ਹੁਣ, ਲੋਕਾਂ ਆਉਣ ਵਾਲੀ ਕੀ ਗੱਲ ਰਹਿ ਗਈ। ਤੁਸੀਂ ਇੱਥੇ ਝੂਠੇ ਆਪਣੇ ਪਹਿਲੀ ਗੱਲ ਤੇ ਹੋ ਗਏ। ਦੂਸਰੀ ਗੱਲ ਉਹ ਕਹਿੰਦੇ ਵੀ BJP ਨਾਲ ਅਲਾਇੰਸ ਅਸੀਂ ਕਰਾਂਗੇ, ਲੇਕਿਨ ਆਹ ਮਸਲਾ ਕਿਸਾਨਾਂ ਦਾ ਹੱਲ ਕਰਨ ਤੋਂ ਬਾਅਦ। ਇਹਦੇ ਵਿੱਚ ਢੀਂਡਸਾ ਸਾਹਿਬ ਨੇ ਵੀ ਕਿਹਾ ਸੀਗਾ ਵੀ ਇਹ ਮਸਲਾ ਕਿਸਾਨਾਂ ਦਾ ਹੱਲ ਕਿਸਾਨਾਂ ਦੇ ਹੱਲ ਹੋਣ ਤੋਂ ਬਾਅਦ ਸੋਚਿਆ ਜਾ ਸਕਦਾ। ਪਰ ਉਹਨਾਂ ਦੇ ਕੈਪਟਨ ਨਾਲ ਨਹੀਂ ਗੱਲ ਕੀਤੀ ਹਜੇ ਕੋਈ। ਲੇਕਿਨ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਅਸੀਂ ਕੁਝ ਨਹੀਂ ਕਹਿ ਸਕਦੇ, ਅਜੇ ਹਾਲ ਦੀ ਘੜੀ ਬਿਲਕੁਲ ਕੋਈ ਇਲਾਜ ਨਹੀਂ ਕਰਾਂਗੇ। ਤੇ ਕੈਪਟਨ ਨੇ ਇੰਨੀ ਗੱਲ ਕਹੀ ਜੀ, ਮੈਂ ਤੁਹਾਨੂੰ ਇਹ ਨਹੀਂ ਗੱਲ ਕਹੀ ਮਸਲਾ ਮੇਰੀ ਗੱਲ ਹੋਈ ਹੈ, ਮੇਰੀ ਗੱਲ ਕਹਿੰਦੇ ਅਸੀਂ ਇਹ ਕਿਹਾ ਵੀ ਅਸੀਂ ਇਕੱਠੇ ਹੋਵਾਂਗੇ ਇੱਕ ਮੰਚ ਦੇ ਉੱਤੇ, ਹੋ ਸਕਦੇ। ਤੇ ਸਿੱਧੀ ਗੱਲ ਜਿਹੜੀ ਬ੍ਰਹਮਪੁਰਾ ਸਾਹਿਬ ਨੇ ਪਹਿਲੇ ਦੇ ਬਿਆਨ ਦੇ ਦਿੱਤਾ ਸੀ ਵੀ ਕੈਪਟਨ ਦਾ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ, ਕੋਈ ਅਲਾਇੰਸ ਨਹੀਂ ਕਰਾਂਗੇ, ਜਿਹੜਾ BJP ਨਾਲ ਅਲਾਇੰਸ ਕੋਈ ਨਹੀਂ ਕਰਾਂਗੇ ਜੀ। ਲੇਕਿਨ ਕੈਪਟਨ ਸਾਹਿਬ ਦਾ ਦਾਰੋਮਦਾਰ BJP ਤੇ ਵੀ ਕਿਸਾਨ ਮਸਲਾ ਹੱਲ ਹੋਵੇ ਤੇ ਪੰਜਾਬ ਦੇ ਰਲ ਕੇ ਇਲੈਕਸ਼ਨ ਲੜੀਏ ਸੀ। ਦੂਸਰੀ ਚੀਜ਼ ਉਹਨਾਂ ਦੀ ਗੱਲ ਕਹੀ ਹੈ ਜੀ ਵੀ ਉਹਨਾਂ ਦੀ ਪਾਰਟੀ ਜਿਹੜੀ ਆ ਅਲਾਇੰਸ ਕਰਕੇ ਛੋਟੇ ਮੋਟੇ ਉਹਨੇ ਕਿਹਾ ਸੀ ਬ੍ਰੇਕੇਬਲ ਜਿਹੜੇ ਗਏ ਬ੍ਰੇਕ ਟੁੱਟੇ ਫੁੱਟੇ ਅਕਾਲੀ ਦਲ ਨਾ, ਉਹਨੇ ਇੰਗਲਿਸ਼ ਵਿੱਚ ਉਹਨਾਂ ਨੇ ਰੱਖਿਆ ਹੁੰਦਾ। ਅੱਛਾ ਜੀ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਬਾਦਲ ਨੂੰ ਛੱਡ ਕੇ ਜਿੰਨੇ ਸਪ੍ਰਿੰਟਰ ਗਰੁੱਪ ਆ, ਛੋਟੇ ਗਰੁੱਪ ਕਹਿ ਦਿੰਦੇ, ਹਾਂ ਛੋਟੇ ਗਰੁੱਪ ਕਹਿ ਦਿੰਦੇ, ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਜਿਹੜਾ ਵੇ ਇੱਕ ਮੰਚ ਬਣਾਵਾਂਗੇ, ਮੰਚ ਬਣਾ ਕੇ ਚੋਣ ਲੜਾਂਗੇ। ਜੇ ਢੀਂਡਸਾ ਸਾਹਿਬ ਕਹਿੰਦੇ ਨਹੀਂ ਅਲਾਇੰਸ ਕਰਨਾ ਤੇ ਫਿਰ ਇੱਕ ਅੱਧੀ ਸੀਟ ਮਿਲ ਜੂਗੀ, ਬਾਕੀ ਤਾਂ ਕੁਝ ਨਹੀਂ ਮਿਲਦਾ ਉਹਨੂੰ। ਇਕੱਠੇ ਹੋ ਕੇ ਲੜਾਂਗੇ ਤੇ ਕੁਝ ਸਾਨੂੰ ਹਾਸਲ ਹੋ ਜਾਊਗਾ ਸਾਰੀਆਂ ਤਰ੍ਹਾਂ ਨੂੰ ਜੀ। ਤੇ ਅਸੀਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜਾ ਕਰਾਂਗੇ।
ਸਿੱਧੂ ਦੀ ਗੱਲ ਚੱਲੀ, ਹੂੰ ਉਹ ਕਹਿੰਦਾ ਸਿੱਧੂ ਦੇ ਖਿਲਾਫ ਅਸੀਂ ਕੋਈ ਤਕੜਾ ਉਮੀਦਵਾਰ ਲੈ ਕੇ ਆਵਾਂਗੇ। ਜੀ ਨਾ ਰਹੇਗਾ ਦੇ ਟਾਂਡੇ ਵਾਲੀ ਨਾਰਾਜ਼ਗੀ ਭਾਂਡਿਆਂ ਵਾਲੀ। ਜੇ ਸਾਡਾ ਉਮੀਦਵਾਰ ਜਿੱਤੂ ਤੇ ਜਿੱਤਦਾ ਫਿਰ ਇਹ ਵੀ ਨਹੀਂ ਕੌਣ ਜਿੱਤੇਗਾ, ਇਹ ਨਹੀਂ ਪਤਾ ਕੌਣ ਜਿੱਤੇਗਾ। ਜੀ ਸਾਡਾ ਇੱਕ ਨਕਾਤੀ ਪ੍ਰਭੂ ਨੂੰ ਹਰਾਉਣ ਦਾ। ਹੂੰ ਹੋਰ ਉਹਨਾਂ ਨੇ ਕਿਹਾ ਵੀ ਕੱਲ ਮੈਂ ਜਾ ਰਿਹਾ ਵਾ ਦਿੱਲੀ ਜੀ ਹੋਮ ਮਿਨਿਸਟਰ ਨੂੰ ਮਿਲਣ ਵਾਸਤੇ। ਹਾਂ ਆ ਹੁਣੇ ਪ੍ਰੈਸ ਨੂੰ ਆਪਣੇ ਨਾਲ 30-35 ਬੰਦੇ ਲੈ ਕੇ ਜਾ ਰਹੇ, ਇੱਕ ਦਾ 30-35 ਬੰਦੇ ਲੈ ਕੇ। ਹੂੰ ਹੁਣ ਇੰਨਿਆਂ ਬੰਦਿਆਂ ਨੂੰ ਹੋਮ ਮਿਨਿਸਟਰ ਸਾਹਿਬ ਮਿਲਦੇ ਆ ਜਾਂ ਨਹੀਂ ਮਿਲਦੇ, ਇੱਕ ਜੁਦਾ ਗੱਲ ਹੈ, ਉਹ ਵੱਖਰੀ ਗੱਲ ਆ। ਸਭ ਤੋਂ ਵੱਡੀ ਗੱਲ ਇਹ ਸੀ ਵੀ ਅੱਜ ਉਹਨਾਂ ਜਿਹੜੀ ਪ੍ਰੈਸ ਨੂੰ ਕੀਤੀ ਆ ਕੱਲਿਆਂ ਨੇ ਕੀਤੀ। ਹੂੰ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਬਾਕੀ ਸਾਥੀ ਕਿੱਥੇ, ਕਹਿੰਦਾ ਚਿੰਤਾ ਨਾ ਕਰੋ ਆ ਜਾਣਗੇ, ਕੱਢ ਲਾਂਗੇ। ਇਹ ਤੇ ਬਿਲਕੁਲ ਸਹੀ ਗੱਲ ਆ। ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਹਨਾਂ ਜਾ ਕੇ ਕੈਪਟਨ ਦੇ ਪੈਰੀ ਬਣੇ ਸਭ ਟਿਕਟ ਦੇ ਇਲੈਕਸ਼ਨ ਲੜ ਜਿਹੜੇ ਇੱਕ ਤਾਂ ਮੰਤਰੀ ਮੰਡਲ ਚੋਂ ਲਾਹੇ ਆ ਉਹ ਵੀ ਜਾਣਗੇ। ਉਹ ਵੀ ਜਾਣਗੇ, ਬਿਲਕੁਲ ਜਾਣਗੇ। ਪਰ ਹਾਲ ਦੀ ਕੜੀ ਕੋਈ ਨਹੀਂ ਜਾਏਗਾ। ਹਾਲ ਦੀ ਕੜੀ ਗੁਰਮੀਤ ਸਿੰਘ ਸੋਢੀ ਵੀ ਨਹੀਂ ਜਾਏਗਾ, ਕੋਈ ਨਹੀਂ ਜਾਏਗਾ ਹਾਲ ਦੀ ਕੜੀ। ਸਭ ਨੂੰ ਪਤਾ ਵਾ ਕਿ ਜਿਵੇਂ ਵੀ ਪੱਠਲ ਨੇ ਕੱਲ ਠੋਕ ਵਜਾ ਕੇ ਕਹਿੰਦਾ ਕੈਪਟਨ ਸਾਹਿਬ ਪਾਰਟੀ ਬਿਲਕੁਲ ਨੇ ਬਣਾਇਆ, ਆਖਰੀ ਸਟੇਜ ਤੇ ਅਸੀਂ ਪਤਾ ਨਹੀਂ ਕਦੋਂ ਸਾਰੀ ਫੂਕ ਨਿਕਲ ਜਾਣੀ ਹੈ। ਤੇ ਉਹਨੂੰ ਬੀਬੀ ਭੱਠਲ ਜੋ ਪੁੱਛਿਆ ਗਿਆ ਤੁਸੀਂ ਇਲੈਕਸ਼ਨ ਲੜੋਗੇ, ਨਹੀਂ ਇਹ ਫੈਸਲਾ ਪਾਰਟੀ ਨੇ ਕਰਨਾ ਜੀ। ਜੇ ਪਾਰਟੀ ਕਹੇ ਕਿ ਇਲੈਕਸ਼ਨ ਲੜਾਂਗੇ, ਨਹੀਂ ਤੇ ਕੋਈ ਗੱਲ ਨਹੀਂ, ਫਿਰ ਇਲੈਕਸ਼ਨ ਲੜੀ ਹੈ, ਇਲੈਕਸ਼ਨ ਲੜੀ ਹੈ, ਸਾਰੀ ਬੰਦੀ ਲੜੀ ਜਾਣੀ ਹੈ। ਇੱਕ ਸਵਾਲ ਪੁੱਛਿਆ ਸੀ ਉਹਨੂੰ ਕੈਪਟਨ ਸਾਹਿਬ ਨੂੰ ਜੀ ਵੀ ਜਿਹੜੀ ਸਾਡੀ ਸ਼੍ਰੀਮਤੀ ਪ੍ਰਨੀਤ ਕੌਰ ਉਹਦਾ ਕੀ ਬਣੂਗਾ ਰਹੇਗਾ। ਉਹ ਕਹਿੰਦਾ ਯਾਰ ਇਹ ਮੂਰਖ ਵਾਲਾ ਸਵਾਲ ਹੈਗਾ, ਪੁੱਛਣ ਲੋੜ ਹੀ ਨਹੀਂ ਹੈਗੀ, ਤੁਸੀਂ ਪੁੱਛਣ ਲੋੜ ਹੀ ਨਹੀਂ ਹੈਗੀ। ਕਹਿਣ ਤੋਂ ਬਾਅਦ ਮੇਰੀ ਪਤਨੀ ਮੇਰੇ ਨਾਲ ਰਹੂਗੀ, ਹੋਰ ਕਿੱਥੇ ਜਾਣਾ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਅੱਜ ਉਹ MP ਕਾਂਗਰਸ ਦੀ ਹੈ, ਜੇ ਅੱਜ ਛੱਡਦੀ ਹੈ ਤੇ ਫਿਰ ਰਿਜ਼ਾਈਨ ਵੀ ਕਰਨਾ ਪਊ, ਨਵੇਂ ਸਿਰੇ ਚੋਣ ਹੀ ਹੋਏਗੀ। ਲੇਕਿਨ ਹਾਲ ਦੀ ਕੜੀ ਉਹਨੇ ਸੰਕੇਤ ਦਿੱਤਾ ਬੀਬੀ ਨੇ ਵੀ ਮੈਂ ਕਾਂਗਰਸੀ ਹਾਂ, ਮੈਂ ਕਾਂਗਰਸ ਤੇ ਰਹੂੰ। ਇਸ ਕਰਕੇ ਜਿਹੜੇ ਕੈਪਟਨ ਸਾਹਿਬ ਆ ਉਹ ਗੱਲਾਂ ਤੇ ਕਰਦੇ ਬਹੁਤ ਜ਼ਿਆਦੀਆਂ ਤਕੜੀਆਂ ਕਰ ਰਹੇ ਨੇ, ਕਿਉਂਕਿ ਜ਼ਮੀਨ ਠੁਕਰਾਲ ਆ ਨਾ। ਸਾਡਾ ਏਜੰਡਾ ਕੀ ਹੋਏਗਾ? ਸਾਡਾ ਏਜੰਡਾ ਡਿਵੈਲਪਮੈਂਟ ਹੋਏਗਾ ਜੀ, ਜਿਹੜੀ 4.5 ਸਾਲ ਚ ਕਰਤੀ। ਬਿਲਕੁਲ ਬਿਲਕੁਲ ਅਸੀਂ ਮਾਹਿਰ ਬੰਦਿਆਂ ਦੀ ਕਮੇਟੀ ਬਣਾਵਾਂਗੇ ਜਿਹੜੀ ਸਾਡਾ ਚੋਣ ਮਨੋਰਥ ਪੱਤਰ ਬਣਾਵੇਗੀ। ਠੀਕ ਹੈ ਜੀ। ਅਗਲੀ ਗੱਲ ਉਹਨੇ ਕੀਤੀ ਰਿਪੋਰਟਾਂ ਖੁੱਲ੍ਹਣ ਦੀ ਹਾਈ ਕੋਰਟ 'ਚ। ਅੱਛਾ ਜੀ। ਉਹਨੂੰ ਸਵਾਲ ਕੀਤਾ ਕਿ ਵੀ ਤੁਹਾਡਾ ਐਡਵੋਕੇਟ ਜਨਰਲ ਤੇ ਕਹਿੰਦਾ ਰਿਹਾ ਜੀ ਲੋੜ ਨਹੀਂ ਖੁੱਲ੍ਹਣ ਦੀ। ਜੀ ਕਹਿੰਦਾ ਕਦੋਂ ਕਹਿੰਦਾ ਰਿਹਾ, ਕਿਹੜਾ ਕਹਿੰਦਾ ਰਿਹਾ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਅਸੀਂ ਇੱਕ ਗੱਲ ਦੇ ਹੱਕ 'ਚ ਵੀ ਰਿਪੋਰਟਾਂ ਖੁੱਲ੍ਹਣੀਆਂ ਚਾਹੀਦੀਆਂ। ਜਿਹੜੇ ਐਡਵੋਕੇਟ ਜਨਰਲ ਕਹਿੰਦੇ ਕਿ ਮੇਰੇ ਨੋਟਿਸ ਨਹੀਂ ਹੈਗਾ ਵੀ ਉਹਨੇ ਕੋਈ objection ਕੀਤਾ ਜਾਂ ਕਿਹਾ ਹੋਵੇ ਨਹੀਂ ਖੁੱਲ੍ਹਣੀ ਚਾਹੀਦੀ। ਉਹਨੂੰ ਕਿਹਾ ਗਿਆ ਜੀ 8 ਤਰੀਕ ਨੂੰ ਸੈਸ਼ਨ ਬੁਲਾਇਆ ਜਾ ਰਿਹਾ ਵਾ ਚੰਨੀ ਸਾਹਿਬ ਵੱਲੋਂ, ਜਿਹੜੇ ਇਹ ਰੱਦ ਕਰਨੇ ਕਾਨੂੰਨ ਦਾ ਬਿਲਕੁਲ ਮੁਲਾਜ਼ਮ ਅਸੀਂ ਪਹਿਲਾਂ ਰੱਦ ਕਰ ਚੁੱਕੇ ਹਾਂ। ਇਹਨਾਂ ਕਰਨੇ ਜੀ ਸਦਕੇ ਕਰਨੇ ਚਾਹੀਦੇ ਕਾਨੂੰਨ, ਜਿਹੜੇ ਹੱਕ 'ਚ ਨਹੀਂ ਕਿਸਾਨ ਦੇ ਖਿਲਾਫ ਜਿਹਦੇ ਪਹਿਲਾਂ ਇਹਨਾਂ ਤੋਂ ਕਹੀ ਜਾਂਦੇ ਰਹੇ। ਜੀ ਜੀ ਕਹਿੰਦੇ ਵੀ ਜਿੰਨਾ ਕਿਸਾਨਾਂ ਦਾ ਸਾਥ ਪੰਜਾਬ ਸਰਕਾਰ ਨੇ ਮੇਰੀ ਕਮਾਨ ਲਿੱਤਾ ਉਹਨਾਂ ਕੋਈ ਦੇ ਨਹੀਂ ਸਕਦਾ। ਹਰ ਪ੍ਰਕਾਰ ਦਾ ਉਹਨਾਂ ਨੂੰ ਸਹਿਯੋਗ ਦਿੱਤਾ ਜੀ। ਤੇ ਬਾਕੀ ਉਹਨੇ ਕਿਹਾ ਵੀ ਜਿਹੜੇ ਵਿਦੇਸ਼ੀ ਵੀਰ ਆ ਉਹ ਵੀ ਬਹੁਤ ਸਾਰਾ ਸਾਨੂੰ ਜਿਹੜਾ ਵਾ ਉਹ ਸਹਿਯੋਗ ਦੇ ਰਹੇ ਆ, ਤੇ ਅਸੀਂ ਬੜੀ ਜਲਦੀ ਉਹਦਾ ਸਹਿਯੋਗ ਲਵਾਂਗੇ ਤੇ ਮੀਟਿੰਗ ਕਰਕੇ ਹੋਮ ਮਿਨਿਸਟਰ ਦੇ ਨਾਲ ਤੇ ਕਿਸਾਨਾਂ ਦਾ ਮਸਲਾ ਹੱਲ ਕਰੋ। ਪਰੰਤੂ ਆਪਣੀ ਮੀਟਿੰਗ ਪਾਰਟੀ ਵੀ ਅਨਾਉਂਸ ਕਰਾਂਗੇ, ਇਲੈਕਸ਼ਨ ਵੀ ਲੜਾਂਗੇ ਤੇ ਸਭ ਕੁਝ ਕਰਾਂਗੇ ਜੀ। ਪਰ ਸਿੱਧੂ ਨੇ ਵੀ ਟਵੀਟ ਕਰਤਾ, ਕਹਿੰਦਾ ਜ਼ਮਾਨਤ ਬਚਾ ਕੇ ਰੱਖਿਓ, ਪਹਿਲਾਂ 800 ਮਿਲ ਗਈਆਂ ਸੀ, ਹੁਣ ਕਿੰਨੀਆਂ ਮਿਲਣੀਆਂ? ਉਹ ਤੇ ਵੇਖੋ ਜੀ, ਉਹ ਤੇ ਤੁਹਾਡੇ ਜਿਹੜੇ ਹੈਗੇ ਤਾਂ ਸਿੱਧੂ ਸਾਹਿਬ ਦੇ ਪ੍ਰਿੰਸੀਪਲ ਜਿਹੜੇ ਐਡਵਾਈਜ਼ਰ ਨੇ ਹੈਗੇ ਆ DGP ਸਾਹਿਬ, ਸਾਬਕਾ DGP ਮੁਹੰਮਦ ਮੁਸਤਫਾ, ਉਹਨਾਂ ਕਿਹਾ ਤਾਂ ਸੀ ਜਦੋਂ ਇਹਨਾਂ ਨੇ ਪਹਿਲਾਂ ਕਿਹਾ ਸੀ ਕੈਪਟਨ ਸਾਹਿਬ ਨੇ ਵੀ ਸਿੱਧੂ ਨੂੰ ਮੈਂ ਜਿੱਤਣ ਨਹੀਂ ਦਿੰਦਾ, ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸੀ ਵੀ 117 ਸੀਟਾਂ ਚੋਂ ਕੈਪਟਨ ਸਾਹਿਬ ਚੁਆਇਸ ਤੁਹਾਡੀ, ਜਿਹੜੀ ਸੀਟ ਆਪਣੇ ਵਾਸਤੇ ਚੁਣਨੀ ਉਹ ਚੁਣ ਲਓ, ਜਿਹੜੀ ਸਿੱਧੂ ਵਾਸਤੇ ਚੁਣੀ ਵੀ ਤੁਸੀਂ ਚੁਣ ਕੇ ਦੇ ਦਿਓ, ਤੇ ਫਿਰ ਵੇਖਾਂਗੇ ਵੀ ਕੀ ਭਾ ਤੁਲਦੀ ਆ। ਤੁਸੀਂ ਇੱਥੇ ਰਹਿੰਦੇ ਹੋ ਕਿ ਅਸੀਂ ਇੱਥੇ ਰਹਿੰਦੇ ਆ, ਤੁਹਾਡੀ ਜ਼ਮਾਨਤ ਜ਼ਬਤ ਕਰਾਵਾਂਗੇ। ਜਿਹੜੀ ਗੱਲ ਤੁਸੀਂ ਗੱਲ ਕੀਤੀ 837 ਵੋਟਾਂ ਵਾਲੀ ਗੱਲ ਕੀਤੀ ਹੈ ਜੀ, ਉਹ 1992 ਦੀ ਗੱਲ ਹੈ। 1992 ਦੇ ਵਿੱਚ ਕੈਪਟਨ ਸਾਹਿਬ ਨੇ 2 ਜਗ੍ਹਾ ਚੋਣ ਕਾਗਜ਼ ਭਰੇ ਸੀ। ਇੱਕ ਜਗ੍ਹਾ ਇਹ ਅਨਕੰਟੈਸਟ ਦਿੱਤੇ ਗਏ ਸੀ ਕਿ ਇਹਦੇ ਬੰਦੇ ਸਾਹਮਣੇ ਨਹੀਂ ਸੀ ਆਇਆ ਜੀ,
ਦੂਜੀ ਜਗ੍ਹਾ ਜਦੋਂ ਕੰਪੇਨ ਹੀ ਜਾ ਕੇ ਕੀਤੀ ਫਿਰ 837 ਵੋਟਾਂ ਮਿਲਣੀਆਂ ਸੀਗੀਆਂ। ਜੇ ਕੰਪੇਨ ਕਰਦੇ ਲੋੜ ਪੈਂਦੀ ਕਹਿੰਦੇ ਮੈਂ ਤਾਂ ਜਿੱਤਿਆ ਹੀ, ਹੁਣ ਮੈਂ ਕੰਪੇਨ ਕਰਨ ਵਾਸਤੇ ਹੀ ਕਰਨੀ। ਉਦੋਂ ਵਾਕਿਆ ਹੀ 837 ਵੋਟਾਂ ਮਿਲੀਆਂ ਸੀ ਜਗ੍ਹਾ ਤੋਂ। ਜੀ ਜੀ। ਸੋ ਦੇਖਦੇ ਆ ਜੀ ਪੰਜਾਬ ਸਿਓ ਵਿਚਾਰੇ ਨਾਲ ਕੀ ਬੀਤਦੀ ਹੈ। ਇੱਲਾਂ ਉੱਡੀਆਂ ਫਿਰਦੀਆਂ ਨੇ, ਨੋਚਣ ਨੂੰ ਤੁਰੀਆਂ ਫਿਰਦੀਆਂ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਕਹਿੰਦਾ ਮਿੱਤਰਾ ਰੁੱਤ, ਕਹਿੰਦੇ ਵਿਆਹਾਂ ਦੀ ਰੁੱਤ ਜੀ ਆਉਂਦੀ ਹੁੰਦੀ ਨਾ, ਤੇ ਮਰਾਸੀ ਆ ਜਿਹੜੇ ਉਹ ਆਪਦੇ ਢੋਲ ਦੀਆਂ ਤਣੀਆਂ ਖਿੱਚ ਲੈਂਦੇ ਆ। ਜੀ ਜੀ ਜੀ। ਤੇਲ ਤੂਲ ਲਾ ਲੈਂਦੇ ਆ, ਹੈ ਜੀ, ਤੇ ਖੁਸਰੇ ਵੀ ਝਾਂਜਰਾਂ ਪਾ ਲੈਂਦੇ ਆ। ਤੇ ਹੁਣ ਕਹਿੰਦੇ ਲੀਡਰ ਵੀ ਕਹਿੰਦੇ ਪਾਰਟੀਆਂ ਬਣਾਉਣ ਲੱਗ ਪਏ ਆ। ਬੀਰਮੀ ਨੇ ਸੁੱਤੇ ਪਏ ਨੇ, ਪਤਾ ਨਹੀਂ ਕਿੱਥੋਂ ਨਵੀਂ ਪਾਰਟੀ ਬਣਾ ਲਈ ਆ। ਬੀਰਮੀ ਸਾਹਿਬ ਕਹਿੰਦੇ ਜੀ ਮੈਂ ਪਾਰਟੀ ਵਾਸਤੇ ਬਹੁਤ ਕੰਮ ਕੀਤਾ, ਲੇਕਿਨ ਪਾਰਟੀ ਸਾਹਿਬ ਨੇ ਮੇਰਾ ਮੁੱਲ ਨਹੀਂ ਪਾਇਆ ਜੀ। ਤੇ ਬਕਾਇਦਾ ਤੌਰ ਤੇ ਉਹਨਾਂ ਕਿਹਾ ਉਹ ਬੇਸਿਕਲੀ ਬੈਕਵਰਡ ਕਲਾਸ ਸੰਬੰਧਿਤ ਆ ਤੇ ਸਾਡੀ ਰਾਮਗੜੀਆ ਬਰਾਦਰੀ ਦੇ ਨੇ। ਜੀ ਜੀ ਜੀ। ਉਹ ਸਾਡੀ ਵੋਟ ਬੜੀ ਤਕੜੀ ਹੈਗੀ। ਅੱਛਾ ਜੀ। ਵੋਟ ਤਕੜੀ ਹੋਣ ਕਰਕੇ ਅੱਜ ਉਹਨਾਂ 9 ਜ਼ਿਲ੍ਹਿਆਂ ਕੇ 10 ਜ਼ਿਲ੍ਹਿਆਂ ਦੇ ਆਪਣੇ ਚੇਅਰਮੈਨ ਵੀ ਲਾਤੇ, ਪ੍ਰਧਾਨ ਵੀ ਲਾਤੇ, ਸਭ ਕੁਛ ਲਾਤਾ ਵੀ ਇਹ ਸਾਡੀ ਜਾ ਕੇ ਨਿਗਰਾਨੀ ਕਰਨਗੇ ਤੇ ਅਸੀਂ ਇਲੈਕਸ਼ਨ ਲੜਾਂਗੇ। ਤੇ ਲੜਾਂਗੇ ਵੀ 117 ਸੀਟਾਂ ਤੇ ਅਲਾਇੰਸ ਕਰਾਂਗੇ ਆਪਣੀ ਹਮਖਿਆਲ ਪਾਰਟੀਆਂ ਨਾਲ। ਅੱਛਾ ਜੀ। ਜੇ ਲੜੋਗੇ ਤੇ ਚੰਗੀ ਗੱਲ ਆ। ਪਤਾ ਨਹੀਂ ਇਹਨਾਂ ਬੁੱਢਿਆਂ ਨੂੰ ਪਤਾ ਨਹੀਂ ਕਿਉਂ ਇਹੋ ਜਿਹੇ ਬੁੱਢੇ ਹੋ ਗਏ, ਅਜੇ ਵੀ ਤੁਹਾਡੀ ਲਾਲਸਾ ਨਹੀਂ ਜਾਂਦੀ। ਤੇ ਜੇ ਤੁਸੀਂ ਪਾਰਟੀ ਅਨਾਉਂਸ ਕਰਦੀ ਹੈ, ਕੈਪਟਨ ਸਾਹਿਬ ਕਰਦੇ ਨੇ ਕਿ ਘੱਟੋ ਘੱਟ ਚਲੋ 10-12 ਪਾਰਟੀ ਦੇ ਇਲੈਕਸ਼ਨ ਲੜਨ ਤੇ ਫਿਰ ਸਵਾਦ ਆਉਂਦਾ ਨਾ ਜੀ। ਇੱਕ ਦੋ ਪਾਰਟੀ ਦੇ ਕਿੱਥੇ ਸਵਾਦ ਆਉਂਦਾ। ਤੇ ਕਹਿੰਦੇ ਸਾਰੇ ਇਹੀ ਹੈ ਕਿ ਕਾਂਗਰਸ ਨਾਲ ਅਲਾਈਅੰਸ ਨਹੀਂ ਕਰਨਾ, ਅਕਾਲੀਆਂ ਨਾਲ ਅਲਾਈਅੰਸ ਨਹੀਂ ਕਰਨਾ। ਤੇ ਫਿਰ ਮਗਰ ਰਹਿ ਕੀ ਗਿਆ ਆਮ ਆਦਮੀ ਪਾਰਟੀ। ਇਸ ਕਰਕੇ ਬੀਰਮੀ ਸਾਹਿਬ ਨੇ ਆਪਣੀ ਪਾਰਟੀ ਬਣਾਈ ਆ। ਅਨਾਊਂਸਮੈਂਟ ਉਹਨਾਂ ਵੀ ਕੀਤੀ ਆ ਤੇ ਅਸੀਂ ਚੋਣ ਨਿਸ਼ਾਨ ਜਿਹੜਾ ਆਪਣਾ ਲੈ ਕੇ ਤੇ ਚੋਣ ਲੜਾਂਗੇ। ਤੁਹਾਨੂੰ ਪਤਾ ਹੋਏਗਾ ਦਾਨੇਵਾਲੀਆ ਸਾਹਿਬ ਚੋਣ ਕਮਿਸ਼ਨ ਦੇ ਕੋਲੇ ਇਸ ਵੇਲੇ ਦੇਸ਼ ਦੇ ਵਿੱਚ 2700 ਪਾਰਟੀਆਂ ਰਜਿਸਟਰਡ ਨੇ। ਵਾਧੂ ਹੈ ਜੀ, ਹਨੇਰੀ ਉੱਠੀ ਪਈ ਆ। ਜਿਹਦੇ ਵਿੱਚੋਂ 8 ਪਾਰਟੀਆਂ ਜਿਹੜੇ ਨੈਸ਼ਨਲ ਪਾਰਟੀਆਂ ਤੇ 50 ਤੋਂ ਕੁਝ ਵਧੇਰੇ ਪਾਰਟੀ ਜਾਂ ਰੀਜਨਲ ਪਾਰਟੀਆਂ ਜਿਹੜੀ ਵਰਕਿੰਗ ਕਰ ਰਹੀਆਂ। ਤੇ ਕਈਆਂ ਦਾ ਪਤਾ ਵੀ ਨਹੀਂ ਕਿੰਨੀਆਂ ਕਿੱਥੇ ਨੇ, ਜਿਨ੍ਹਾਂ ਦਾ ਆਧਾਰ ਕੋਈ ਮਾੜਾ ਮੋਟਾ ਹੈਗਾ, ਜਿਹਦੇ ਸਰਕਾਰਾਂ ਵਜੋਂ ਐਮਐਲਏ ਜਿੱਤੇ, ਐਮਪੀ ਜਿੱਤੇ। ਲੇਕਿਨ ਬਾਕੀ ਪਾਰਟੀਆਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਸਿਰਫ ਆਪਣਾ ਜਿਹੜਾ ਉਹ ਨਾ 2 ਨੰਬਰ ਦਾ ਧਨ ਇਲੈਕਸ਼ਨ ਦੇ ਵਿੱਚ 1 ਨੰਬਰ ਚਲਾਉਣ ਵਾਲੇ ਉਹ ਬੰਦੇ ਨੇ। ਟੈਕਸ ਬਚਾਉਣ ਵਾਲੇ ਆ। ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਸਰਕਾਰ ਨੂੰ ਲਿਖਿਆ ਕਿ ਸਾਨੂੰ ਇੱਕ ਕਾਨੂੰਨ ਪਾਸ ਕੀਤਾ ਜਾਵੇ ਵੀ ਜਿਹੜੀ ਵੀ ਪਾਰਟੀ ਦੀ 1 ਵਾਰੀ ਜਾਂ 2 ਵਾਰੀ ਪਰਫਾਰਮੈਂਸ ਨਹੀਂ ਹੁੰਦੀ ਉਹਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਉਹ ਕਹਿੰਦੇ 500 ਪਾਰਟੀ ਹੋਰ ਰਜਿਸਟਰਡ ਹੋਣ ਵਾਸਤੇ 6 ਮਹੀਨੇ ਵਿੱਚ ਸਰਕਾਰ ਆ ਗਈ ਜੀ। ਇਸ ਕਰਕੇ ਪਾਰਟੀਆਂ ਰਜਿਸਟਰਡ ਕਰੀ ਜਾਓ। ਅਗਲੇ ਪਾਸੇ ਜਿਹਦਾ ਕੱਖ ਦੀ ਵੀ ਵੋਟ ਸ਼ਾਰ ਪੈਣੀ ਕਿ ਨਹੀਂ ਪੈਣੀ। ਕਈ ਤੇ ਧਰਦੇ ਨੂੰ ਵੋਟਾਂ ਧਰਦੀ ਵੋਟਾਂ ਨਹੀਂ ਪੈਂਦੀਆਂ, ਜਿਵੇਂ ਤੁਹਾਡਾ ਉਹ ਕਹਿੰਦਾ ਸੀ ਛੱਟਣ ਵਾਲਾ ਸੀ ਛੱਟਣ ਵਾਲਾ ਕਹਿੰਦਾ ਮੇਰੇ ਆਪਣੇ ਘਰ ਦੀ ਵੋਟਾਂ ਦੀ ਵੀ ਬਾਕੀ ਨਹੀਂ ਕਿਸੇ ਨੂੰ ਕਹਿੰਦੇ। ਉਹਨਾਂ ਨੂੰ ਘਰ ਦੀਆਂ ਵੋਟਾਂ ਨਹੀਂ ਪੈਂਦੀਆਂ ਤੇ ਪਾਰਟੀ ਰਜਿਸਟਰ ਕਰਦੇ ਸਿਰਫ ਆਪਣੇ ਟੈਕਸ ਬਚਾਉਣ ਵਾਸਤੇ, ਬਾਕੀ ਕੋਈ ਗੱਲ ਨਹੀਂ। ਤੇ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਪੰਜਾਬ ਹਿੰਦੁਸਤਾਨ ਸਰਕਾਰ ਨੂੰ ਕਿਹਾ ਵੀ ਸਾਨੂੰ ਆਜ਼ਾਦ ਦਿੱਤੀ ਜਾਵੇ, ਕਾਨੂੰਨ ਪਾਸ ਕੀਤਾ ਜਾਵੇ ਜੀ ਜਿਹੜੀ ਪਾਰਟੀ ਦੀ ਪਰਫਾਰਮੈਂਸ ਨਿਲ ਆ, ਜ਼ੀਰੋ ਆ, ਉਹਨੂੰ ਅਸੀਂ ਬਿਲਕੁਲ ਇਹਨੂੰ ਆਪੇ ਰੱਦ ਕਰਨ ਦਾ ਅਧਿਕਾਰ ਹੋਵੇ ਜੀ। ਰੂਸਾ ਆਲਮ ਵੀ ਤਿਉੜੀਆਂ ਦਿਖਾਈ ਜਾਂਦੀ ਆ ਕਾਂਗਰਸੀਆਂ ਨੂੰ, ਹਾਂਜੀ, ਕਹਿੰਦੀ ਵੀ ਘੱਟੋ ਘੱਟ ਕਹਿੰਦੀ ਸਿੱਖ ਲਓ, ਤੁਹਾਡੀ ਜਿਹੜੀ ਪ੍ਰਧਾਨ ਹੈ ਉਹ ਵੀ ਤਾਂ ਔਰਤ ਹੀ ਆ ਕਹਿੰਦੀ। ਨਹੀਂ ਬਿਲਕੁਲ ਠੀਕ ਗੱਲ ਹੈ ਜੀ, ਉਹਦੀ ਆਪਣੀ ਗੱਲ ਠੀਕ ਹੈ ਵੀ ਜਿਹੜੀ ਗੱਲ ਕਹਿੰਦੀ ਪ੍ਰਧਾਨ ਤੁਹਾਡੀ ਜਿਹੜੀ ਆਪਣੀ ਦੀ ਔਰਤ ਹੀ ਹੈ, ਕੋਈ ਗੱਲ ਨਹੀਂ, ਉਹ ਤੇ ਖੜੇ ਖੜਾ ਹੁੰਦੇ ਨੇ। ਕਹਿੰਦੀ ਮਾਰਾ ਜੋ ਤੁਮਨੇ ਫੂਲ ਉਹ ਪੱਥਰ ਸੇ ਕਮ ਨਹੀਂ। ਬਿਲਕੁਲ 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 ਬਿਲਕੁਲ। ਜਦ ਉਹ ਮੁਹੰਮਦ ਸਦੀਕ ਦਾ ਗਾਣਾ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਹੈ। ਬਿਲਕੁਲ ਜੀ ਬਿਲਕੁਲ। ਹਾਂ, ਕਿਉਂਕਿ ਫੁੱਲਾਂ ਨਾਲ ਵੀ ਰੂਹ ਹੈ ਜਿਹੜੀ ਉਹ ਰੋ ਪੈਂਦੀ ਹੈ, ਸੱਟ ਬੜੀ ਵੱਜਦੀ ਹੈ। ਹਾਂਜੀ ਜੀ ਜੀ। ਤੇ ਜਿਹੜੀ ਬੀਬੀ ਕਹਿੰਦੀ ਹੈ ਵੀ ਵੇਖੋ ਜੀ ਮੈਂ ਇਹਨਾਂ ਦੇ ਖਿਲਾਫ ਮਾਨਹਾਨੀ ਕੇਸ ਕਰੂੰਗੀ, ਉਹ ਕਰ ਨਹੀਂ ਸਕਦੀ ਨਾ, ਵਿਦੇਸ਼ੀ ਹੈ, ਉਹ ਕਿਹੜੀ ਕੋਰਟ 'ਚ ਕਰੂਗੀ। ਹੁਣ ਜਾਂ ਤੇ ਕੈਪਟਨ ਸਾਹਿਬ ਵੀਜ਼ਾ ਲਵਾ ਦੇਣ ਵੀ ਬੀਬੀ ਤੂੰ ਕੇਸ ਕਰ ਲੈ ਉਹਦੇ ਖਿਲਾਫ, ਕੋਈ ਗੱਲ ਨਹੀਂ, ਉਹ ਤੋਂ ਕੀ ਹਾਲ ਨਹੀਂ ਹੈਗਾ। ਜਾਂ ਇੰਟਰਨੈਸ਼ਨਲ ਕੋਰਟ ਚਲੇ ਜਾ, ਲੱਕੜ ਬੱਗੇ ਤੱਕ ਤੂੰ ਕਿਹਾ ਸਿੱਧੂ ਤੇ ਆਪਣੇ ਨੂੰ ਰਵਾਵੇ ਲੱਕੜ ਬੱਗੇ ਨੇ ਲਫ਼ਜ਼ ਬੜੇ ਵੱਡੇ ਕੱਢ ਕੇ ਨਹੀਂ ਪਤਾ ਕਿੱਥੋਂ ਲੈ ਕੇ ਆਈ ਜੀ। ਤੇ ਉਹ ਕਹਿੰਦੀ ਕੈਪਟਨ ਦਾ ਬੰਦਾ ਹੀ ਕੋਈ ਨਹੀਂ ਜਿਹਦੀ ਕੈਪਟਨ ਨਾਲ ਨਹੀਂ ਬਣੀ, ਉਹਦੀ ਕਹਿੰਦੇ ਬਣੀ ਨਹੀਂ ਸਕਦੀ।
ਕਈ ਲਈ ਕੱਲ ਤੱਕ ਤੁਸੀਂ ਕੈਪਟਨ ਦੇ ਪੈਰੀ ਹੱਥ ਲਾਉਂਦੇ ਸੀ, ਪੈਰ ਧੋ ਕੇ ਪੀਣ ਨੂੰ ਤਿਆਰ ਸੀ, ਤੇ ਅੱਜ ਤੁਸੀਂ ਵਿਰੋਧਤਾ ਕਰ ਲਓ। ਸਭ ਕੁਝ ਮੇਰੇ ਸਾਹਮਣੇ ਹੁੰਦਾ ਰਿਹਾ, ਮੈਂ ਕਿੱਥੇ ਸੀ? ਇੱਥੇ ਤੁਹਾਡੇ ਕੋਲ ਸੀ ਨਾ। ਇਸ ਕਰਕੇ ਬੀਬੀ ਨੇ ਕਹਿ ਦਿੱਤਾ ਵੀ ਮੈਂ ਇਹਨਾਂ ਖਿਲਾਫ ਕੇਸ ਕਰੂੰ, ਜਿਹੜੇ ਇਹਨਾਂ ਨੇ ਮੇਰੇ ਤੇ ਊਜਾਂ ਲਾਈਆਂ, ਮੇਰੇ ਬਾਰੇ ਗੱਲਾਂ ਕੀਤੀਆਂ। ਲੇਕਿਨ ਰੰਧਾਵਾ ਫਿਰ ਕਹਿੰਦਾ ਕਿ ਮੇਰੀ ਕੈਪਟਨ ਨਾਲ ਲੜਾਈ ਸਿਰਫ ਰੂਸਾ ਤੋਂ ਹੁੰਦੀ ਸੀ। ਕੈਪਟਨ ਸਾਹਿਬ ਤੁਸੀਂ ਗਲਤ ਕਰ ਰਹੇ ਹੋ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਤੇ ਜੇ ਕੈਪਟਨ ਸਾਹਿਬ ਉਦੋਂ ਆਖਣ ਲੱਗੇ ਤੁਹਾਨੂੰ ਕਿੱਥੋਂ ਲੱਗ ਜਾਣਗੇ? ਤਾਂ ਹੁਣ ਤਾਂ ਨਾਲੇ ਘਰ ਇਹਨਾਂ ਨੇ ਆਪਦਾ ਨਵਾਂ ਪਾ ਲਿਆ। ਕੈਪਟਨ ਨੇ ਵੀ ਕਹਿ ਦਿੱਤਾ ਤਾਂ ਵੇਖੋ ਜੀ, ਜੇ ਕਿਤੇ ਵੀਜ਼ਾ ਤੇ ਰੂਸ ਲੱਗੀ ਹੁੰਦੀ ਤੇ ਮੈਂ ਰੂਸਾਂ ਨੂੰ ਜ਼ਰੂਰ ਬੁਲਾਉਂਦਾ। ਮਹਾਰਾਜ ਜੀ ਤੁਹਾਨੂੰ ਬੁਲਾਉਣ ਦੀ ਕੋਈ ਦਿੱਕਤ ਥੋੜੀ ਹੈਗੀ ਆ। ਹੋਮ ਮਿਨਿਸਟਰ ਨੇ ਤੁਹਾਡੀ ਸਿੱਧੀ ਗੱਲ ਜਦੋਂ ਮਰਜ਼ੀ ਬੁਲਾ ਲਓ। ਬਿਲਕੁਲ, ਜਦੋਂ ਮਰਜ਼ੀ ਕਰੋ ਜੀ, ਜੋ ਮਰਜ਼ੀ ਕਰੋ। ਹੁਣ ਤਾਂ ਗੱਲਾਂ ਹੀ ਸਾਹਮਣੇ ਆ ਗਈਆਂ। ਉਹਨਾਂ ਕੋਲ ਤੇ ਪਾਵਰਾਂ ਸਾਰੀਆਂ ਹੈਗੀਆਂ, ਲੇਕਿਨ ਤੁਹਾਨੂੰ ਉਹਨਾਂ ਦਿੱਤਾ ਜਵਾਬ ਕਿ ਭਾਈ ਤੁਹਾਡੀ ਸੁਣਵਾਈ ਨਹੀਂ ਝੋਲੀ, ਰੂਸਾਂ ਨੂੰ ਵੀਜ਼ਾ ਨਹੀਂ ਮਿਲ ਸਕਦਾ ਦੁਬਾਰਾ। ਤੁਸੀਂ ਤਾਂ ਆਪਣੇ ਜੋ ਲਾਈ ਚੁੱਕੇ, ਤੁਸੀਂ ਕਿਹਾ ਹੀ ਸੀ ਨਾ ਵੀਜ਼ਾ ਦੇ ਦਿਓ। ਉਹਨਾਂ ਨਿਕਾਲ ਕਰਤਾ ਸੀਗਾ। ਇਸ ਕਰਕੇ ਰੂਸਾ ਜੋ ਮਰਜ਼ੀ ਕਹੀ ਜਾਵੇ ਜੀ, ਹੁਣ ਉਹ ਪਾਕਿਸਤਾਨ ਬੈਠੀ ਆ, ਇੱਥੋਂ ਬੈਠੀ, ਉਹ ਕਹਿੰਦੀ ਮੈਂ ਕੈਪਟਨ ਅਮਰਿੰਦਰ ਸਿੰਘ ਫੋਟੋਆਂ ਭੇਜੀ ਸਾਰੀਆਂ ਆਪਣੀਆਂ, ਜਿੱਥੇ ਫੋਟੋ ਲੱਤੀ ਸਾਰੀਆਂ ਉਸੇ ਨਹੀਂ ਭੇਜੀਆਂ ਸੀ, ਤਾਂ ਉਸੇ ਕੋਲ ਹੀ ਨਾ, ਤੁਹਾਡੇ ਮੇਰੇ ਕੋਲ ਵਰਗਿਆਂ ਕੋਲੇ ਤਾਂ ਕੀ ਹੋਣੀਆਂ। ਬਿਲਕੁਲ ਬਿਲਕੁਲ। ਰੂਸਾ ਦੀ ਜਿਹੜੀ ਗੱਲ ਕਰਦੇ ਆ, ਰੂਸਾ ਜੋ ਮਰਜ਼ੀ ਕਹੀ ਜਾਵੇ, ਹੁਣ ਤਾਂ ਉੱਥੇ ਬੈਠੀ, ਇੱਥੇ ਬੈਠੇ ਤੇ ਬੰਦਾ ਕੋਈ ਨਾ ਕੁਛ ਕਰ ਕੁਛ ਕਰ ਸਕਦੀ ਹੈ ਜੀ। ਲੇਕਿਨ ਕੈਪਟਨ ਨੇ ਇੰਨੀ ਗੱਲ ਕਹੀ ਵੀ ਮੈਨੂੰ ਸਾਬਤ ਕਰ ਦਿਓ ਜੇ ਇੱਕ ਨੈਕਾ ਪੈਸਾ ਵੀ ਪੰਜਾਬ ਦਾ ਇੱਥੋਂ ਬਾਹਰ ਗਿਆ। ਲੇਕਿਨ ਕਹਿਣ ਵਾਲੇ ਬੜਾ ਕੁਛ ਕਹਿੰਦੇ ਆ ਜੀ, ਤੇ ਇਹ ਵੀ ਇੱਕ ਪੜਤਾਲ ਦਾ ਵਿਸ਼ਾ, ਜੇ ਜਾਂਚ ਹੋ ਜਾਏ ਇੱਕ ਚੰਗੀ ਗੱਲ ਸਾਹਮਣੇ ਦੇ, ਸਾਨੂੰ ਸੱਚਾਈ ਸਾਹਮਣੇ ਜਿਹੜੀ ਕਿੱਥੇ ਕੀ ਕੁਛ ਕਿਹਾ, ਕਿੱਥੇ ਕੀ ਕੁਛ ਕਿਹਾ। ਬਿਲਕੁਲ ਜੀ ਜੀ। ਪਰ ਕਰੇ ਕੌਣ ਜੀ? ਬਿਲਕੁਲ ਕਰੇ ਕੌਣ? ਰੌਲਾ ਤਾਂ ਤੁਹਾਡੇ ਮੇਰੇ ਵਰਗਿਆਂ ਦੀ ਤਾਂ ਬਾਂਹ ਉਹਦੀ ਮਰੋੜ ਲੈਣ। ਬਿਲਕੁਲ ਜੀ, ਬਿਲਕੁਲ 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 ਬਿਲਕੁਲ। ਹਾਂਜੀ। ਤੇ ਹਾਂ, ਇੱਕ ਗੱਲ ਮੈਂ ਕਵਾਂ, ਤਕੜੀ ਗੱਲ ਕਹੀ। ਉਹ ਕਹਿੰਦਾ ਸਾਡਾ ਕਿਸੇ ਪਾਰਟੀ ਦਾ ਲਾਇਸ ਨਹੀਂ ਹੋਏਗਾ। ਅੱਛਾ ਜੀ। ਮੇਨ ਚੀਜ਼ ਅਸੀਂ ਸੀਟ ਚੇਰੇ ਕਰਾਂਗੇ, ਬਸ ਚੋਣ ਲੜਨ ਵਾਸਤੇ, ਚੋਣ ਲੜਾਂਗੇ। ਅੱਛਾ ਜੀ। ਇਹਦੂ ਬਾਅਦ ਸਾਡਾ ਕੋਈ ਇਲਾਜ ਪੱਕਾ ਨਹੀਂ ਹੁੰਦਾ ਹੈਗਾ ਕਿ ਲੈਸ ਕਰਨਾ ਪੱਕਾ, ਬਿਲਕੁਲ ਨਹੀਂ। ਸਾਡਾ ਚੋਣ ਤੱਕ ਸੀਮਤ ਹੈਗਾ ਵੀ ਅਸੀਂ ਚੋਣ ਜਿਹੜੀ ਆ ਉਹ ਚੋਣ ਦੀ ਉਹ ਸ਼ੇਰੇ ਕਰਾਂਗੇ, ਬਾਕੀ ਕੁਛ ਨਹੀਂ ਕਰਨਾ ਜੀ। ਬਾਕੀ ਘਰ ਪਪੜਾ ਜੀ, ਉਹਦਾ ਪਪੜੀ। ਜੀ ਜੀ ਜੀ। ਤੇ ਸ਼ਹੀਦ ਫੇਰੂਮਾਨ ਹੋ ਰਹੀ ਵਿਸਾਰ ਦਿੱਤੇ ਨੇ ਜੀ ਫਿਰ? ਹਾਂ ਬਿਲਕੁਲ ਜੀ। ਵੈਸੇ ਬੇਸਿਕਲੀ ਉਹ ਬੰਦਾ ਜਿਸ ਅੱਗੇ ਸੀਗਾ, ਉਹਨੇ ਜਿਹੜੀ ਸਟ੍ਰਾਈਕ ਕੀਤੀ ਸੀ ਉਹ ਇਸ ਵਾਸਤੇ ਨਹੀਂ ਸੀ ਕੀਤੀ ਪੰਜਾਬ ਦੀਆਂ ਮੰਗਾਂ ਵਾਸਤੇ, ਉਹਨੇ ਅਕਾਲੀਆਂ ਦੀਆਂ ਕਰਤੂਤਾਂ ਵਾਸਤੇ ਕੀਤੀ ਕਿ ਤੁਸੀਂ ਕਰਦੇ ਕੁਝ ਹੋਰ ਹੋ ਤੇ ਦੱਸਦੇ ਤੁਸੀਂ ਕੁਝ ਹੋਰ ਜੀ। 1886 ਦੇ ਵਿੱਚ ਜਨਮ ਹੋਇਆ ਬੰਦੇ ਦਾ, ਤੇ ਜਦੋਂ ਉਹਨੇ ਸਟ੍ਰਾਈਕ ਕੀਤੀ ਉਦੋਂ 84 ਸਾਲ ਦਾ ਕਿ 85 ਸਾਲ ਦਾ। 73 ਦਿਨ ਉਹ ਜਿੰਦਾ ਰਿਹਾ, ਭੁੱਖ ਹੜਤਾਲ ਕੀਤੀ ਵੀ ਭਾਈ ਮੈਂ ਕੁਝ ਖਾਣਾ ਨਹੀਂ, ਬਿਲਕੁਲ ਨਹੀਂ, ਭੁੱਖ ਹੜਤਾਲ ਕਰ। ਤੇ ਅਕਾਲੀ ਜਿਹੜੇ ਸੀ ਹੱਕ ਚ ਨਹੀਂ ਸੀਗੇ, ਕਿਉਂ ਅਕਾਲੀਆਂ ਨੇ ਕਰਤੂਤਾਂ ਸਾਹਮਣੇ ਕਰਦਾ ਸੀ ਵੀ ਕਿਉਂ ਜਿਹੜਾ ਜੀ ਸਰਦ ਫਤਿਹ ਸਿੰਘ ਨੇ ਉੱਤੇ ਕੁੰਡ ਬਣਾਇਆ ਸੀ ਜਿਹਦੀ ਅਕਾਲ ਤਖਤ ਦੇ ਉੱਤੇ, ਇਹ ਸਾਡੀ ਮਰਿਆਦਾ ਹੈਗੀ ਕੋਈ? ਉਹ ਇਸ ਗੱਲ ਦੀ ਵਿਰੋਧ ਕਰਦਾ ਸੀ ਜੀ। ਉਹ ਕਹਿੰਦਾ ਸਾਡੀ ਮਰਿਆਦਾ ਉੱਥੇ ਕੁੰਡ ਬਣਾ ਦੇਣੀ, ਉਹ ਸਾਡਾ ਧਾਰਮਿਕ ਸਥਾਨ ਆ, ਜਿੱਥੇ ਜਾ ਕੇ ਜੀ ਨਤਮਸਤਕ ਹੁੰਦੇ ਆ, ਤੁਸੀਂ ਕੁੰਡ ਬਣਾਤੇ ਆ। ਤੇ ਮਾਸਟਰ ਸੰਤ ਫਤਿਹ ਸਿੰਘ ਨੇ 3 ਵਾਰੀ ਭੁੱਖ ਹੜਤਾਲ ਰੱਖ ਕੇ ਤੋੜੀ ਜੀ, ਜਿਹਦੇ ਵੱਲੋਂ ਉਹਨੇ ਦੱਸਿਆ ਵੀ ਮੈਂ ਦੱਸੂਗਾ ਭੁੱਖ ਹੜਤਾਲ ਕੀ ਹੁੰਦੀ ਹੈ। ਬਕਾਇਦਾ ਤੌਰ ਤੇ 15 ਅਗਸਤ 1969 ਨੂੰ ਉਹਨੇ ਜਿਹੜੀ ਜੇਲ੍ਹ ਅੰਮ੍ਰਿਤਸਰ ਦੇ ਬਾਹਰ ਆ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਜੀ। 73 ਦਿਨ ਦੇ ਜੀ, 73 ਜੇ 20 ਤੇ 74 ਦਿਨ ਦੀ ਮਰਦ ਹੋ ਜਾਂਦੀ। ਕੇਸ ਬੈਂਚ ਸੀਗਾ ਇੱਥੇ ਡੀਸੀ, ਅਕਾਲੀ ਸਰਕਾਰ ਸੀ ਜਸਟਿਸ ਗੁਰਨਾਮ ਸਿੰਘ ਦੀ। ਕੋਈ ਅਕਾਲੀ ਨਹੀਂ ਗਿਆ ਤੇ ਬੈਂਸ ਨੂੰ ਕਹਿਤਾ ਵੀ ਇਮੀਡੀਏਟਲੀ ਇਹਦੀ ਲਾਸ਼ ਦਾ ਸੰਸਕਾਰ ਦੇ ਪਿੰਡ ਜਾ ਕੇ ਕੀਤਾ ਜਾਵੇ ਤੇ ਕੋਈ ਇਕੱਠ ਨਹੀਂ ਹੋਣ ਦਿੱਤਾ ਜਾਣਾ ਜੀ ਜੀ। ਮੈਨੂੰ ਯਾਦ, ਉਦੋਂ ਮੈਂ ਸਟੇਸ਼ਨ ਤੇ, ਉਹ ਛੋਟਾ ਸੀ, ਮੈਂ ਤੇ ਉਦੋਂ 10 ਸਾਲ ਦਾ ਹੋਊਗਾ। ਅੱਛਾ ਜੀ। ਸਟੇਸ਼ਨ ਤੇ ਬਕਾਇਦਾ ਤੌਰ ਤੇ ਉਹਦੀ ਲਾਸ਼ ਫਲਾਈਂਗ ਮੇਲ ਤੇ ਗਈ ਸੀ, ਤੁਹਾਨੂੰ ਯਾਦ ਹੈ? ਉਹ ਜਾ ਕੇ ਨਾ ਬਟਾਰੀ ਲਾਈ ਹੈ ਕਿ ਬਿਆਸ ਲਾਈ, ਮੈਨੂੰ ਨਹੀਂ ਪਤਾ, ਕਿਉਂ ਬਿਆਸ ਤੋਂ ਨੇੜੇ ਪੈਂਦਾ ਫਿਰ ਜੀ।
ਉੱਥੋਂ ਮੁੜ ਕੇ ਫੇਰੂਮਨ ਪਿੰਡ ਲੈ ਕੇ ਉਹਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਲੋਕ ਲਾਗੇ ਦੇ ਫਟ ਕੇ ਦਿੱਤੇ ਪੁਲਿਸ। ਲੇਕਿਨ 2 ਵਿਅਕਤੀ, ਇੱਕ ਕਪੂਰ ਸਿੰਘ ICS ਤੇ ਇੱਕ ਗਿਆਨ ਸਿੰਘ ਰਾਣੇਵਾਲਾ ਕਿਸੇ ਤਰੀਕੇ ਤੋਂ ਪਹੁੰਚ ਗਈ ਸੀ। ਬਾਅਦ ਵਿੱਚ ਸਰਕਾਰ ਨੇ ਮੁਕੱਦਮਾ ਦਰਜ ਕੀਤਾ ਸੀ ਬਕਾਇਦਾ ਤੌਰ। ਮਤਲਬ ਜਿਹਨੇ ਏਡੀ ਵੱਡੀ ਕੁਰਬਾਨੀ ਕੀਤੀ, ਉਹ ਕਹਿੰਦਾ ਜੀ ਮੈਨੂੰ ਚੰਡੀਗੜ੍ਹ ਪੰਜਾਬ ਦਾ ਲਿਖਤੀ ਲਿਆ ਦਿਓ, ਪੰਜਾਬੀ ਬੋਲਦੇ ਲਿਆ ਕੇ ਲਿਆ ਦਿਓ, ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਰੱਖੀਆਂ ਉਹ ਲਿਆ ਦਿਓ ਮੈਨੂੰ, ਮੈਂ ਹੁਣੇ ਭੁੱਖਤਾ ਛੱਡ ਦਿੰਦਾ, ਜੇ ਨਹੀਂ ਤੇ ਫਿਰ ਮੈਂ ਬੈਠਾ, ਮੇਰੇ ਕੋਲ ਆਓ ਤੁਸੀਂ। ਸਰਕਾਰ ਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਪਹਿਲਾਂ, ਲੇਕਿਨ ਉਹ ਨਹੀਂ ਮੰਨਿਆ। ਬੇਸਿਕਲੀ ਸੰਤ ਜਿਹੜਾ ਫੇਰੂਮਾਨ ਸੀ ਕਾਂਗਰਸੀ ਸੀ ਜੀ, ਕਾਂਗਰਸ ਦੀ ਪਾਰਟੀ ਵੱਲੋਂ ਉਹ MP ਵੀ ਰਿਹਾ ਇੱਕ ਵਾਰੀ। ਇਸ ਕਰਕੇ ਉਹ ਭਗਤ ਕਾਂਗਰਸ ਦਾ ਹੀ ਸੀਗਾ, ਲੇਕਿਨ ਉਹਨੇ ਕਿਹਾ ਵੀ ਤੁਹਾਨੂੰ ਨਹੀਂ ਜਾਣਦੇ ਕਿਵੇਂ ਮੰਗਾਂ ਬਣਾਉਣੀਆਂ, ਤੁਹਾਨੂੰ ਮੈਂ ਬਣਾ ਕੇ ਦੱਸਦਾ। ਲੇਕਿਨ ਉਹ ਭੁੱਖਤਾ ਰੱਖੀ, ਮਰ ਗਿਆ ਵਾ। ਉਹਨੇ ਕਿਹਾ ਵੀ ਮੈਨੂੰ ਲਿਖਵਾ ਕੇ ਲਿਆ ਦਿਓ ਵੀ ਆਹ ਮੰਗਾਂ ਪ੍ਰਵਾਨ ਤੁਹਾਡੀਆਂ ਕਰਨੀਆਂ, ਭਾਖੜਾ ਡੈਮ ਦੀ ਹੋਈ, ਬਿਲਕੁਲ ਦੇ ਇਲਾਕੇ ਹੋਏ, ਚੰਡੀਗੜ੍ਹ ਸਾਰੀਆਂ ਲਗਾ। ਲੇਕਿਨ ਜਦੋਂ ਨਹੀਂ ਮੰਨੇ ਤਾਂ ਫਿਰ ਪ੍ਰਾਂਤ ਤੇ ਆ ਗਿਆ, ਉਹ ਤੇ ਸ਼ਹੀਦ ਖਵਾਇਆ। ਤੇ ਬਾਕੀ ਕਾਲੀਆਂ ਨੇ ਕਹਿਤਾ ਬਕਾਇਦਾ ਤੌਰ ਤੇ ਵੀ ਇਹਦੀ ਸੰਸਕਾਰ ਤੇ ਕੋਈ ਨਾ ਜਾਵੇ, ਬਕਾਇਦਾ ਤੌਰ ਤੇ ਇਮੀਡੀਏਟਲੀ ਦੀ ਲਾਸ਼ ਜਿਹੜੀ ਸੀ ਰੇਲਵੇ ਉਹਦੇ ਪਿੰਡ ਪਹੁੰਚਾਈ ਗਈ ਜੀ। ਪਿੰਡ ਪਹੁੰਚਾਉਣ ਤੋਂ ਬਾਅਦ 2 ਬੰਦੇ ਜਾ ਸਕੇ, ਸਿਰਫ ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ। ਕਾਲੀ ਸਰਕਾਰ ਸੀ ਜਿਹੜੀ ਮੰਗਾਂ ਦੀ ਮੁਦਈ ਸੀ, ਦੱਸੋ, ਜਿਹੜੀ ਪੰਜਾਬ ਦੀਆਂ ਮੰਗਾਂ ਦੀ ਮੁਦਈ ਸੀ ਉਹ ਸਰਕਾਰ ਸੀ। ਇਹ ਤਾਂ ਕਰਦੇ ਹੀ ਆਏ ਆ ਜੀ, ਕਰਦੇ ਇਤਿਹਾਸ ਹੀ ਤੱਕ। ਅੱਜ ਤੁਹਾਨੂੰ ਮੈਂ ਨਵੀਂ ਗੱਲ ਦੱਸਣ ਲੱਗਾ। 1978 ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਉਹ ਵੀ ਕਾਲੀ ਸਰਕਾਰ ਵੇਲੇ ਹੋਇਆ। ਦੱਸੋ। 1999 ਵਿੱਚ ਇੱਕ ਢੱਕੀ ਸਾਹਿਬ ਗੁਰਦੁਆਰਾ ਹੈਗਾ ਵਾ ਲੁਧਿਆਣੇ ਲਾਗੇ। ਅੱਛਾ ਜੀ। ਉੱਥੇ ਬਾਬਾ ਦਰਸ਼ਨ ਸਿੰਘ ਨੇ, ਬਾਬਾ ਦਰਸ਼ਨ ਸਿੰਘ ਦੇ ਡੇਰੇ ਤੇ ਬਕਾਇਦਾ ਤੌਰ ਤੇ ਹਮਲਾ ਕੀਤਾ ਗਿਆ। ਉਹਦੇ ਸੇਵਾਦਾਰ ਕੁੱਟੇ ਗਏ, ਉਹਨਾਂ ਦੇ ਪਰਚੇ ਦਰਜ ਕੀਤੇ ਗਏ, ਬਾਬੇ ਦੇ ਪਰਚਾ ਦਰਜ ਕੀਤਾ ਗਿਆ। ਬਕਾਇਦਾ ਤੌਰ ਤੇ ਉਹਨੂੰ ਫੜ ਕੇ ਜੇਲ੍ਹ ਦਿੱਤਾ ਗਿਆ। ਉਹਨਾਂ ਦੇ ਘੋੜਿਆਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ 500 ਧਾਰਮਿਕ ਪੋਥੀਆਂ ਸਾੜ ਦਿੱਤੀਆਂ ਗਈਆਂ। ਇਦੋਂ ਵੱਡਾ ਕੀ ਧੱਕਾ ਹੋ ਸਕਦਾ? ਜਦੋਂ ਵੀ ਕਾਲੀ ਸਰਕਾਰ ਬਣੀ, ਚੰਦ ਚਾੜ੍ਹਦੇ ਨੇ ਕੋਈ ਨਾ ਕੋਈ ਵੱਡਾ ਹਰਾ ਜ਼ਰੂਰ। ਇਹ ਮੈਂ ਨਹੀਂ ਕਿਹਾ, ਅੱਜ ਤੁਸੀਂ ਸੁਣੋ ਰਾਜਾ ਨਿਹੰਗ ਰਾਜਾ ਸਿੰਘ ਜੀ, ਉਹ ਕਹਿ ਰਿਹਾ ਵਾ ਕਿ ਢੱਕੀ ਵਾਲੇ ਬਾਬੇ ਦਾ ਕੀ ਕਸੂਰ ਸੀ, ਲੇਕਿਨ ਢੱਕੀ ਵਾਲੇ ਬਾਬੇ ਦੇ ਫਿਰ ਜਿਹੜਾ ਸੀ ਉਹਦੀ ਹਿੰਮਤ ਨਹੀਂ ਆ ਰਹੀ। ਜਿਹੜੇ ਬੰਦੇ ਦੋਸ਼ੀ ਸੀ ਉਹਨਾਂ ਤੇ ਆ ਕੇ ਪਰਚਾ ਦਰਜ ਕਰਾਇਆ ਬਕਾਇਦਾ ਤੌਰ ਤੇ, ਉਹਨਾਂ ਦੇ ਖਿਲਾਫ ਕੋਰਟ ਕੇਸ ਕੀਤਾ, ਸ਼ਿਕਾਇਤ ਕੀਤੀ, ਉਹਨਾਂ ਨੂੰ ਅੰਦਰ ਕਰਾਇਆ ਉਹਨੇ। ਕਿਸੇ ਨੂੰ ਸਾਲ ਸਜ਼ਾ ਹੋਈ, ਕਿਸੇ ਨੂੰ 2 ਸਾਲ ਸਜ਼ਾ ਹੋਈ, ਬਖਸ਼ਿਆ ਨਹੀਂ ਉਹਨੇ ਕਿਸੇ ਨੂੰ ਜੀ। ਕਹਿੰਦਾ ਬੇਅਦਬੀ ਦੇ ਦੋਸ਼ੀਆਂ ਦੇ ਵਿੱਚ ਸਿਰਫ ਉਹ ਸਜ਼ਾ ਹੋਈ ਆ, ਅੱਜ ਤੱਕ ਹੋਰ ਕਿਸੇ ਨੂੰ ਸਜ਼ਾ ਨਹੀਂ ਹੋਈ। ਇਸ ਕਰਕੇ ਕਾਲੀ ਜੇ ਕਿਤੇ 66 ਪੰਜਾਬੀ ਸੂਬਾ ਬਣਾਇਆ ਤਾਂ ਕੱਲ ਨਹੀਂ ਬਣਾਇਆ ਸੀਗਾ ਜੀ। ਹੈਲੋ, ਆਵਾਜ਼ ਕੱਟ ਰਹੀ ਹੈ ਜੀ ਪੱਟੀ ਸਾਹਿਬ ਥੋੜੀ ਜੀ। ਹੁਣ ਠੀਕ ਹੈ ਜੀ? ਹਾਂਜੀ ਹੁਣ ਠੀਕ ਹੋ ਗਈ? ਹਾਂਜੀ ਹੋ ਗਈ ਜੀ, ਹੋ ਗਈ। ਕਾਲੀਆਂ ਨੇ ਪੰਜਾਬੀ ਸੂਬਾ ਇਸ ਕਰਕੇ ਬਣਾਇਆ ਸੀਗਾ ਵੀ ਸਾਡੀ ਮਾਂ ਪੰਜਾਬ ਵਿੱਚ ਵਾਰੀ ਨਹੀਂ ਹੋਣੀ ਮੁੱਖ ਮੰਤਰੀ ਬਣਦੀ ਜੀ, ਅਲੱਗ ਕਰੋ ਫਿਰ ਗੱਲ ਬਣਦੀ ਹੈ। ਜਿਹੜਾ ਪ੍ਰਤਾਪ ਸਿੰਘ ਕਹਿੰਦਾ ਪਾਗਲ ਨਹੀਂ ਸੀਗਾ ਜੀ ਕਿ ਮਾਂ ਪੰਜਾਬ ਬਣਿਆ ਰਹਿਣ ਦਿਓ, ਜੇ ਕਰਨਗੇ ਵਾਂਡੇ ਆਪੇ ਕਰਨਗੇ, ਆਪਣੀ ਦੋਨੀ ਤੁਸੀਂ ਮੋਰਚੇ ਨਾ ਲਾਓ ਤੁਸੀਂ। ਲੇਕਿਨ ਗੱਲ ਕੁਰਸੀ ਦੀ ਸੀਗੀ ਜੀ। ਜੇ ਫੇਰੂਮਾਨ ਦੀ ਸ਼ਹਾਦਤ ਹੁੰਦੀ ਆ ਤੇ ਕਾਲੀ ਸਰਕਾਰ ਵੇਲੇ ਹੁੰਦੀ ਆ। ਜੇ 13 ਸਿੰਘਾਂ ਦੀ ਸ਼ਹਾਦਤ ਹੁੰਦੀ ਹੈ 78 ਦੇ ਵਿੱਚ, ਕਾਲੀ ਸਰਕਾਰ ਵੇਲੇ ਹੁੰਦੀ ਆ। ਜੇ 500 ਪੋਥੀਆਂ ਜਿਹੜੀਆਂ ਧਾਰਮਿਕ ਗੁਟਕੇ ਵੀ ਹੋਣਗੇ, ਪੋਥੀ ਹੋਣਗੇ, ਸਭ ਕੁਛ ਹੋਊਗਾ ਜੀ। ਢੱਕੀ ਸਾਹਿਬ ਤੇ ਹਮਲਾ ਹੁੰਦਾ ਤੇ ਉੱਥੇ ਬੇਅਦਬੀ ਹੁੰਦੀ ਆ ਤੇ ਉਹ ਵੀ ਕਾਲੀ ਸਰਕਾਰ ਵੇਲੇ ਹੁੰਦੀ ਆ। ਜੇ 2015 ਚ ਬੇਅਦਬੀ ਹੁੰਦੀ ਹੈ ਤਾਂ ਉਹ ਵੀ ਕਾਲੀ ਸਰਕਾਰ ਵੇਲੇ ਹੁੰਦੀ ਹੈ ਜੀ। ਜੇ 2007 ਵਿੱਚ ਉਹ ਪੋਸ਼ਾਕ ਪਾਉਂਦਾ ਸੌਦਾ ਸਾਹਿਬ ਤੋਂ ਵੀ ਕਾਲੀ ਸਰਕਾਰ ਵੇਲੇ ਹੁੰਦੀ ਹੈ। ਕਿਉਂ ਘਟਨਾ ਵਾਪਰਦੀ ਹੈ? ਇਹੀ ਤਾਂ ਗੱਲ ਹੈ, ਕਿਉਂ ਵਾਪਰਦੀ ਹੈ? ਇਹ ਕਾਲੀ ਦਲ ਨੂੰ ਆਪਣੇ ਥੋੜਾ ਜਿਹਾ ਪੀੜੀ ਦੇ ਸੋਟਾ ਫੇਰਨਾ ਪਊ ਵੀ ਅਸੀਂ ਕਿੱਥੇ ਗੱਲ। ਸੋਟਾ ਨਹੀਂ ਜੀ, ਸਾਰਾ ਕੁਝ ਹੀ ਵੱਡਾ ਉਹ ਕਰਨਾ ਪੈਣਾ। ਕੋਈ ਜਿਹੜਾ ਸੋਟਾ ਸੱਟਾ ਤਾਂ ਆਮ ਨਿੱਕੀ ਮੋਟੀ ਗੱਲ ਹੈ, ਇਹੋ ਕੱਢ ਕੇ ਬਾਹਰ ਸਿੱਟਣਾ ਪਊ ਪੀੜੀ ਦੇ ਥੱਲੋਂ ਸਾਰਾ ਕੁਝ। ਜੀ 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 ਜੀ, ਫੇਰ ਹੀ ਗੱਲ ਪਤਾ ਲੱਗੂ ਦੁਨੀਆ ਨੂੰ ਵੀ ਆਹ ਕੀ ਚੀਜ਼ ਆ, ਕੁਛ ਇਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਆਹੀ ਕੁਛ ਹੀ ਕਰੀ ਜਾਂਦੇ। ਤੇ
ਹੁਣ ਡਰੱਗ ਕੇਸ ਮਾਮਲੇ ਦੀ ਰਿਪੋਰਟ ਕਹਿੰਦੇ ਫੇਰ ਨਹੀਂ ਖੁੱਲੀ, ਕਹਿੰਦੇ ਹੁਣ ਫੇਰ ਅੱਗੇ ਪਾਤੀ ਹੈ ਜੀ ਸੁਣਵਾਈ। ਵੇਖੋ ਜੀ, ਡਰੱਗ ਕੇਸ ਦੇ ਮਾਮਲੇ ਦੇ ਵਿੱਚ ਜਿਹੜੇ ਨਾ ਬੜੇ ਵੱਡੇ ਫਨੀ ਸੱਪ ਬੈਠੇ ਆ, ਉਗਲੇ ਸੱਪ ਨੇ, ਜਿਹਦੇ ਕਰਕੇ ਅਦਾਲਤ ਵੀ ਥੋੜੀ ਜਿਹੀ ਝੱਕਦੀ ਹੈ, ਝੱਪ ਖਾਂਦੀ ਖੁੱਲ ਜੀ। ਤੁਹਾਨੂੰ ਪਤਾ ਹੋਏਗਾ ਜਿਹੜੇ ਪਹਿਲਾ ਬੈਂਚ ਬਣਿਆ ਸੀ ਉਹਦੇ ਵਿੱਚ ਸ਼ਾਇਦ ਗੁਪਤਾ ਜੱਜ ਸੀ, ਜਿਹਨੇ ਕਹਿਤਾ ਸੀ ਵੀ ਮੈਂ ਆਪਣੇ ਨੂੰ ਅਲੱਗ ਕਰਦਾ ਤੋਂ ਤੁਸੀਂ ਹੋਰ ਨਹੀਂ ਕਹਿੰਦੇ। ਮੁੜ ਕੇ ਨਵਾਂ ਬੈਂਚ ਬਣਿਆ ਸੀਗਾ ਜੀ। ਨਵੇਂ ਬੈਂਚ ਨੇ ਵੀ 2 ਤਰੀਕਾਂ ਹੇਠ ਤੇ ਪਾਤੀਆਂ। ਪਹਿਲਾਂ ਉਹਨੇ ਤਰੀਕ ਪਾਈ ਵੀ ਜਿਹੜੇ ਵਕੀਲ ਬਾਕੀ ਬਾਹਰ ਰਹਿ ਗਏ ਉਹਨਾਂ ਨੂੰ ਆ ਜਾਓ ਤੁਸੀਂ। 2013 ਤੋਂ ਤਰਲੋਚਨ ਸਿੰਘ ਨਾਮੀ ਇਹ ਬੰਦਾ ਲੈ ਕੇ ਆਇਆ ਸੀ ਡਰੱਗ ਨਾਲ, ਜਿਹੜਾ ਰੋਪੜ ਜੇਲ੍ਹ 'ਚ ਬੰਦ ਸੀ। ਹੁਣ ਉਹ ਕੇਸ ਚੱਲਦਾ ਹੈ 2013 ਦੇ ਵਿੱਚੋਂ ਤੁਸੀਂ ਅੱਜ ਵੇਖ ਲਓ 8 ਸਾਲ ਬੀਤ ਗਏ ਚੱਲ ਜੀ, ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ। ਇਹ ਵੀ ਐਡਵੋਕੇਟ ਨਵਕਿਰਨ ਸਿੰਘ ਹੋਰੀ ਨਾਜ ਪੱਤਰ ਲਿਖਦੇ ਤੇ ਬਕਾਇਆ ਤੌਰ ਤੇ ਕੋਈ ਫੈਸਲਾ ਨਹੀਂ ਸੀ ਹੋਣਾ ਜੀ। ਕੈਪਟਨ ਸਾਹਿਬ ਵੇਲੇ ਪੰਜਾਬ ਸਰਕਾਰ ਇਹ ਚਾਹੁੰਦੀ ਨਹੀਂ ਸੀ ਵੀ ਇਹ ਰਿਪੋਰਟਾਂ ਖੁੱਲੇ। ਇਹਨਾਂ ਦੇ ਬਕਾਇਦਾ ਤੌਰ ਤੇ ਜਿਹੜੀ ਪੇਸ਼ ਕੀਤੀ ਸੀ ਨਾ ਇੱਕ ਐਕਸ਼ਨ ਟੇਕਰ ਰਿਪੋਰਟ ਜੀ, ਉਹ ਸਾਹਮਣੇ ਨਹੀਂ ਆਈ ਕਿ ਐਕਸ਼ਨ ਟੇਕਰ ਰਿਪੋਰਟ ਦਾ ਕੀ ਸਬਮਿਟ ਕੀਤੀ ਸੀ ਤੱਕ, ਉਹ ਸਾਹਮਣੇ ਉਹ ਫਿਰ ਪਤਾ ਲੱਗੂ ਕੀ ਕੀਤੀ ਸੀ ਇਹਨਾਂ ਨੇ ਜੀ। ਜਿਹੜੇ ਹੁਣ ਦਿਓਲ ਸਾਹਿਬ ਜਿਹੜੇ ਐਡਵੋਕੇਟ ਜਨਰਲ ਨੂੰ ਬਕਾਇਦਾ ਤੌਰ ਤੇ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਵੀ ਜੱਜ ਸਾਹਿਬ ਇਹ ਰਿਪੋਰਟਾਂ ਖੋਲੋ ਜੀ, ਪਤਾ ਲੱਗੇ ਸਾਨੂੰ ਅਜੇ ਹੈ ਕੀ ਕੁਛ ਆ। ਤੇ ਜੱਜ ਨੇ ਇਹ ਤਰੀਕੇ ਦੀ ਗੱਲ ਕਹਿਤੀ, ਭਾਈ ਤੁਸੀਂ ਬਾਕੀ ਕੋਈ ਫਾਈਲ, ਕੋਈ ਕਾਗਜ਼, ਕੋਈ ਪੱਤਰ ਜੇ ਬਾਹਰ ਰਹਿ ਗਿਆ ਤੇ ਸਾਨੂੰ ਇਸ ਹਫ਼ਤੇ 18 ਤੋਂ ਪਹਿਲਾਂ ਦੇ ਦਿਓ ਜੀ, ਤਾਂ ਕਿ ਇਹ 18 ਨੂੰ ਅਸੀਂ ਰਿਪੋਰਟ ਖੋਲ ਸਕੀਏ। ਜੇ 18 ਨੂੰ ਨਹੀਂ ਖੁੱਲਦੀ ਜੀ ਤੇ ਫਿਰ ਇਹ ਸਮਝ ਲਓ ਮਾਰਚ 2022 ਤੋਂ ਬਾਅਦ ਖੁੱਲੂਗਾ। ਫਿਰ ਜਿੱਦਾਂ ਮਿਲੀ ਹੈ ਨਾ ਬ੍ਰੇਕਰ ਬੇਲ ਮਿਲੀ ਉਹਨੂੰ ਆਪਣੇ ਨੂੰ ਸੈਣੀ ਵੀ 2022 ਦੇ ਚੋਣਾਂ ਤੋਂ ਬਾਅਦ ਇਹਦੇ ਬਾਰੇ ਕਾਰਵਾਈ ਸੋਚਾਂ ਕੀ ਕਰਨਾ ਕੀ ਨਹੀਂ ਕਰਨਾ, ਪਹਿਲਾਂ ਨਹੀਂ ਕਰਨੀ, ਫਿਰ ਇਹਦਾ ਵੀ ਹਾਲੇ ਹੋ ਜਾਊ। ਕਿਉਂਕਿ ਬੜੇ ਬੜੇ ਫਨੀ ਸੱਪ ਬੈਠੇ ਆ ਜਿਹੜੇ ਉੱਡੜੇ ਸੱਪ ਨੇ, ਡੰਗ ਮਾਰਦੇ ਨੇ, ਹਰ ਕੋਈ ਡਰਦਾ ਖੁੱਲਣ। ਉਹਨਾਂ ਨਾ ਆਪਾਂ ਕਾਹਨੂੰ ਲੈਣਾ, ਨਾ ਜੱਜ ਸਾਹਿਬ ਵੀ ਲੈਣਗੇ। ਉਹੀ ਜਾਣਨ ਜੀ, ਉਹਨਾਂ ਦਾ ਕੰਮ ਜਾਣੇ ਹੈ, ਪਰ ਕਰ ਦਿਓ ਕੁਛ ਨਾ ਕੁਛ ਭਾਈ। ਹਾਂਜੀ, ਤੇ ਬਿਲਕੁਲ ਵਿਧਾਨ ਸਭਾ ਦਾ ਇਜਲਾਸ ਬੁਲਾ ਲਿਆ ਜੀ, ਕੀ ਹੋ ਸਕਦਾ ਹੈ? ਕੰਮ ਦਿਨ ਤਾਂ ਨੇੜੇ ਹੈ। ਕੈਪਟਨ ਸਾਹਿਬ ਨੇ ਸਵਾਗਤ ਕੀਤਾ ਜੀ। ਉਹ ਕਹਿੰਦੇ ਜਿਹੜਾ ਕੰਮ ਅੱਜ ਕਰਨੇ ਜੇ ਪਹਿਲਾਂ ਕਰ ਚੁੱਕੇ। ਇਹਨਾਂ ਨੇ ਇਹ ਗੱਲ ਕਹੀ ਆ ਵੀ 8 ਨਵੰਬਰ ਨੂੰ ਇਜਲਾਸ ਬੁਲਾ ਲਿਆ ਤੇ 8 ਨਵੰਬਰ ਨੂੰ ਇਜਲਾਸ ਦੇ ਵਿੱਚ ਬਕਾਇਦਾ ਤੌਰ ਤੇ ਅਸੀਂ ਜਿਹੜੇ ਆ ਕਾਲੇ ਕਾਨੂੰਨ ਇਹ ਰੱਦ ਕਰਾਂਗੇ, ਆਪਣੇ ਪਤਾ ਕਰਾਂਗੇ। ਤੇ ਕੈਪਟਨ ਸਾਹਿਬ ਕਹਿੰਦੇ ਅਸੀਂ ਪਹਿਲਾਂ ਕਰ ਚੁੱਕੇ ਹਾਂ। ਉਹ ਕਰ ਨਹੀਂ ਚੁੱਕੇ, ਉਹਨਾਂ ਨੇ ਇਹਨਾਂ ਕਾਨੂੰਨਾਂ ਦੇ ਅਗੇਂਸਟ ਕਾਨੂੰਨ ਬਣਾਤੇ ਸੀ ਆਪਣੇ। ਇਹਦੇ ਘਰ ਸਾਡਾ ਜੀ ਜੀ। ਹੁਣ ਇਹ ਕਹਿੰਦੇ ਸੀ ਰੱਦ ਕਰਕੇ ਗਵਰਨਰ ਸਾਹਿਬ ਕੋਲ ਪਰਮਿਸ਼ਨ ਲੈ ਕੇ ਰੱਦ ਕਰਕੇ ਗਵਰਨਰ ਸਾਹਿਬ ਬਕਾਇਦਾ ਤੇ ਮਤਾ ਪਾਸ ਕੇ ਦੇਵਾਂਗੇ ਤਾਂ ਕਿ ਰਾਸ਼ਟਰਪਤੀ ਨੂੰ ਭੇਜਿਆ ਜਾਵੇ ਜੀ। ਜੇ ਅਗਲੇ ਮਤੇ ਉੱਥੇ ਰੁਲਦੇ ਤੇ ਵੀ ਰੁਲਦੇ ਰਹਿਣਗੇ, ਕੋਈ ਗੱਲ ਨਹੀਂ। ਘੱਟੋ ਘੱਟ ਸਾਡੀ ਅੱਖਾਂ 'ਚ ਘੱਟਾ ਤੇ ਪਾ ਲਓਗੇ ਤੁਸੀਂ ਮਾੜਾ ਮੋਟਾ। ਘੱਟਾ ਹੀ ਪਾਉਣਾ ਜੀ, ਹੋਰ ਕੀ ਕਰਨਾ। ਸਿੱਧੂ ਸਾਹਿਬ ਨੇ ਇੰਨੀ ਗੱਲ ਕਹੀ ਵੀ ਜਿਹੜੇ ਸਾਡੇ ਬਿਜਲੀ ਸਮਝੌਤੇ ਅਸੀਂ ਉਹ ਵੀ ਰੱਦ ਕਰਾਂਗੇ 8 ਤਰੀਕ ਨੂੰ। ਜੇ ਕਰਦੇ ਤੇ ਬੜੀ ਵੱਡੀ ਗੱਲ ਹੈ ਜੀ, ਪਰ ਸਮਝੌਤੇ ਉਹ ਰੱਦ ਕਰਨੇ ਇੰਨੇ ਸੌਖੇ ਨਹੀਂ। ਤੁਹਾਨੂੰ ਪਤਾ ਹੋਏਗਾ ਯੂਪੀ ਵਾਲੇ ਸਮਝੌਤੇ ਕੀਤੇ ਸੀ, ਉਹਨਾਂ ਦੁਬਾਰਾ ਫਿਰ ਉਹਨੂੰ ਕਿਹਾ ਸੀ ਵੀ ਨਵੇਂ ਸਿਰੇ ਅਸੀਂ ਤੁਹਾਡੇ ਨਾਲ ਐਮਓਯੂ ਸਾਈਨ ਕਰਨਾ ਚਾਹੁੰਦੇ ਜੀ। ਉਹਨਾਂ ਫਿਰ ਰੇਟ ਘਟਾ ਕੇ ਕੀਤੇ ਸੀ। ਜੇ ਇਹ ਗੱਲ ਇਹ ਵੀ ਕਰ ਲੈਣਗੇ, ਜੇ ਮੰਨਣ ਤਾਂ ਇਹ ਵੀ ਕਰ ਲੈਣੇ, ਹੋ ਸਕਦੀ ਗੱਲ ਹੈ। ਲੇਕਿਨ ਜਿਹਦੇ ਨਾਲ ਨਾ ਉਹਨਾਂ ਨੇ ਮੰਨਣਾ ਇਹਨਾਂ ਮੰਨਣਾ, ਜੇ ਇਹਨਾਂ ਰੱਦ ਕੀਤੇ ਅਗਲੇ ਕੋਰਟ ਚਲੇ ਗਏ, ਕੋਰਟ ਦੇ ਵਿੱਚ ਸਟੇ ਮਿਲ ਗਿਆ ਤੇ ਮੁੜ ਕੇ ਤੇ ਪੇਮੈਂਟ 10 ਚੱਲਦੀ ਕਿ 20 ਸਾਲ ਚੱਲਦੀ, ਕੀ ਚੱਲਦਾ ਪਤਾ ਕੋਈ ਨਹੀਂ ਕੁਛ। ਇਸ ਕਰਕੇ ਸਿੱਧੂ ਸਾਹਿਬ ਕਾਲੇ ਤੇ ਬੜੇ ਨੇ, ਲੇਕਿਨ ਗਾ ਪੇਸ਼ ਕੋਈ ਨਹੀਂ ਜਾਂਦੀ। ਹੁਣ ਵੇਖੋ 8 ਤਰੀਕ ਨੂੰ ਇਹ ਬਿਜਲੀ ਸਮਝੌਤੇ ਰੱਦ ਕਰਦੇ ਕਿ ਨਹੀਂ ਕਰਦੇ। ਉਹਦੇ ਵਿੱਚ ਸਿੱਧੀ ਗੱਲ ਆ ਵੀ ਸਾਡੇ ਮਾਨਯੋਗ ਜਿਹੜੇ 1-2 MP MLA ਹੈਗੇ ਨੇ ਇਹਦੇ ਬੀਜੇਪੀ ਦੇ, ਉਹ ਤੇ ਜਾਣਗੇ ਨਹੀਂ। ਬਾਕੀ ਜਾ ਕੇ ਬਹਿ ਕੇ ਆਪਣੇ ਆਪਣੇ ਵਿਚਾਰ ਪੇਸ਼ ਕਰਨਗੇ। ਝੜਪਾਂ ਵੀ ਹੋਣਗੀਆਂ ਆਪਸ ਵਿੱਚ, ਤੁਸੀਂ ਗਲਤ ਕੀਤਾ, ਤੁਸੀਂ ਗਲਤ ਕੀਤਾ। ਤੇ ਪੋਸੀਬਿਲਿਟੀ ਅਕਾਲੀ ਵਾਲੇ ਬਾਈਕਾਟ ਵੀ ਕਰ ਸਕਦੇ, ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਸਭ ਕੁਝ ਕੀਤਾ, ਤੁਹਾਡੀਆਂ ਕਰਤੂਤਾਂ ਹੈਗੀਆਂ, ਤੇ ਕੌਣ ਸੁਣਦਾ ਸੀ ਗੱਲ। ਜੀ ਜੀ। ਤੇ ਲਖਬੀਰ ਸਿੰਘ ਦੇ ਮਾਮਲੇ ਦੇ ਵਿੱਚ ਅੱਜ ਮੈਂ ਪਹਿਲਾਂ ਤੁਹਾਡੇ ਤੋਂ ਜਦੋਂ ਫੋਨ ਨਹੀਂ ਸੀ ਮਿਲ ਰਿਹਾ, ਮੈਂ ਗੱਲ ਕਰ ਰਿਹਾ ਸੀਗਾ ਵੀ ਉੱਥੇ ਕੁਝ ਬੰਦੇ ਪਹੁੰਚੇ, ਉੱਥੇ ਸਿੰਘੂ ਬਾਰਡਰ ਦੇ ਉੱਤੇ ਇਨਸਾਫ ਦਿਵਾਉਣ ਦੇ ਲਈ ਉੱਥੇ ਧਰਨਾ ਲਾਉਣਾ ਚਾਹੁੰਦੇ ਸੀ,
ਪੁਲਿਸ ਨੇ ਲਾਠੀਚਾਰਜ ਕੀਤਾ, ਪਰ ਕਹਿੰਦੇ ਐਸਟੀ ਕਮਿਸ਼ਨ ਨੇ ਸਹਾਇਤਾ ਰਾਸ਼ੀ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਵੇਖੋ ਜੀ, ਇਹਨਾਂ ਨੇ ਇਕੱਠ ਬੁਲਾਇਆ ਸੀ ਨਿਹੰਗ ਸਿੰਘਾਂ ਨੇ, ਇਕੱਠ ਬੁਲਾ ਕੇ ਆਪਣੀ ਗੱਲ ਕਰਦੇ ਸੀ, ਜਸਟੀਫਾਈ ਕਰ ਰਹੇ ਸੀ ਲਖਬੀਰ ਦੇ ਕਤਲ। ਜੀ, ਅਸੀਂ ਕਹਿੰਦੇ ਠੀਕ ਹੈ, ਤੁਸੀਂ ਜਸਟੀਫਾਈ ਕਰੀ ਜਾਓ, ਕਰੀ ਚੱਲੋ ਜੋ ਮਰਜ਼ੀ। ਤੇ ਜੇ ਉੱਥੇ ਧਰਨਾ ਲਾਓਗੇ ਤੇ ਤੁਸੀਂ ਰੋਕੋਗੇ, ਤੁਹਾਡੀ ਆਪਣੀ ਟ੍ਰੈਫਿਕ ਰੋਕੋਗੇ, ਤੇ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪਊ। ਜੀ, ਉੱਥੇ ਅੱਜ ਫਿਰ ਲੈਂਡ ਫੜਨ ਵਾਸਤੇ ਆਈ ਹੈ। ਨਿਹੰਗ ਇਕੱਠੇ ਹੋਏ ਸੀ, ਉਹਨਾਂ ਕਹਿਤਾ ਭਾਈ ਸਾਨੂੰ ਲਿਖ ਕੇ ਦੇ ਦਿਓ ਵੀ ਗਾਂ ਤੋਂ ਜਿਹੜਾ ਵੀ ਬੇਅਦਬੀ ਕਰੂਗਾ ਉਹਨੂੰ ਅਸੀਂ ਫਾਂਸੀ ਲਾਵਾਂਗੇ। ਜੀ, ਤਾਂ ਅਸੀਂ ਪੇਸ਼ ਮੈਂ ਨਿਹੰਗ ਤੁਹਾਨੂੰ ਦੇ ਦਿੰਦੇ ਅਮਨ ਸਿੰਘ, ਅੱਜ ਨਹੀਂ ਕੱਲ ਫੜ ਲੈਣਗੇ ਉਹ। ਜੀ, ਉਹਦੀ ਵਿੱਚ ਆਵਾਜ਼ ਆਉਂਦੀ, ਕਹਿੰਦਾ ਖਲੋ ਜਾਓ ਖਲੋ ਜਾਓ ਖਲੋ ਜਾਓ, ਇੰਨੀ ਗੱਲ ਦੋ ਤਿੰਨ ਕਹੀ ਕਿਤੇ ਉਹਨੇ, ਜਿਹੜੀ ਉਹ ਆਵਾਜ਼ ਉਹਦੀ ਵਿੱਚ ਆਉਂਦੀ, ਕਹਿੰਦਾ ਤੇਰੀ ਆਵਾਜ਼ ਵਿੱਚ ਹੈਗੀ, ਤੂੰ ਵੀ ਆ ਸਾਡੇ ਕੋਲ ਆ ਕੇ ਸ਼ਾਮਲ ਤਫਤੀਸ਼ ਹੋ। ਜੀ, ਤੇ ਉਹਨੂੰ ਵੀ ਪਤਾ ਵੀ ਜੇ ਸ਼ਾਮਲ ਤਫਤੀਸ਼ ਹੋ ਗਿਆ ਤੇ ਮੇਰੇ ਤੇ ਪਰਚਾ ਹੋ ਹੀ ਜਾਣਾ। ਇਹ ਪੱਕੀ ਗੱਲ ਆ। ਜੀ, ਹੁਣ ਦੂਸਰੀ ਚੀਜ਼ ਗਈ ਆ ਜਿਹੜਾ ਐਸਟੀ ਕਮਿਸ਼ਨ, ਪੰਜਾਬ ਸਰਕਾਰ ਨੇ ਕਾਰਵਾਈ ਕੋਈ ਨਹੀਂ ਕੀਤੀ। ਐਸਟੀ ਕਮਿਸ਼ਨ ਨੇ ਬਕਾਇਦਾ ਤੌਰ ਤੇ ਉਹਦੇ ਪਰਿਵਾਰ ਨੂੰ ਦਿੱਲੀ ਬੁਲਾਇਆ ਤੇ ਉਹਨਾਂ ਨੇ ਕਿਹਾ ਤੁਹਾਨੂੰ ਕਿਸੇ ਕੋਈ ਸਜ਼ਾ ਦਿੱਤੀ? ਕਹਿੰਦੇ ਬਿਲਕੁਲ ਨਹੀਂ ਦਿੱਤੀ। ਜੀ, ਉਹਨੇ ਕਿਹਾ ਸਾਡੇ ਕੋਲ ਪਾਵਰ ਹੈਗੀ 8,25,000 ਦੇਣ ਦੀ, ਤੇ ਪਹਿਲੀ ਕਿਸ਼ਤ ਉਹਨਾਂ ਨੇ ਦੇਤੀ 4,12,000। ਉਹਦੇ ਜਿਹੜੇ ਪੈਸੇ ਸੀ ਉਹਦੀ ਬੀਬੀ ਦੇ ਖਾਤੇ ਜਾ ਕੇ ਉਹਦੀ ਪਤਨੀ ਦੇ ਪਹਿਲੀ ਕਿਸ਼ਤ ਦੇਤੀ ਹੈ। ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਦੋਸ਼ੀ ਉਹ ਜੋ ਮਰਜ਼ੀ ਹੋ ਜੇ ਬਖਸ਼ੇ ਨਹੀਂ ਜਾਣਗੇ, ਉਹ ਜੇਲ੍ਹ ਜਾਣਗੇ, ਉਹ ਸਜ਼ਾ ਹੋਏਗੀ, ਬਕਾਇਦਾ ਤੌਰ ਤੇ ਕੈਦ ਕੱਟਣਗੇ। ਜੀ, ਤੁਸੀਂ ਬੇਸ਼ੱਕ ਕਰੋ ਨਾ ਕਰੋ, ਐਸਟੀ ਕਮਿਸ਼ਨ ਆਪਣੇ ਲੈਵਲ ਤੇ ਵੀ ਕੇਸ ਦੀ ਪੈਰਵਾਈ ਕਰੇਗਾ, ਸਰਕਾਰ ਤੇ ਦਬਾਅ ਪਾਏਗਾ ਇਸ ਗੱਲ। ਜੀ, ਹੁਣ ਜਿਹੜੇ ਨਿਹੰਗ ਆਪਣੀ ਗੱਲ ਕਰੀ ਜਾਂਦੇ ਆ, ਲੋਕ ਆਪਣੀ ਗੱਲ ਕਰੀ ਜਾਂਦੇ ਆ, ਅੱਗੇ ਵੇਖੋ ਬਣਦਾ ਕੀ ਆ। ਲੇਕਿਨ ਉੱਥੇ ਇਕੱਠ ਜ਼ਰੂਰ ਕੀਤਾ, ਇਕੱਠ ਦੇ ਵਿੱਚ ਗੱਲਾਂ ਬਾਤਾਂ ਕਾਫੀ ਹੋਈਆਂ, ਇਹਨੂੰ ਜਸਟੀਫਾਈ ਕੀਤਾ ਗਿਆ ਵੀ ਜੋ ਕੀਤਾ ਠੀਕ ਕੀਤਾ ਵਾ। ਉਹ ਕਹਿੰਦੇ ਫਿਰ ਕਿੰਨੇ ਨਿਹੰਗ ਸੀ ਅੰਦਰ ਦੇ ਦਿਆਂਗੇ ਜੀ, ਆਪਣੇ ਬੰਦੇ ਮਾਰ ਮਾਰ ਕੇ ਕਿੰਨੇ ਦੇ ਦਿਆਂਗੇ? ਵੀ ਤੁਹਾਨੂੰ ਕਿਹਨੇ ਕਿਹਾ ਬੰਦਾ ਮਾਰਨ ਵਾਸਤੇ? ਵੀ ਦੇ ਦਿਓ, ਪੁਲਿਸ ਨੂੰ ਪੁਲਿਸ ਕਾਰਵਾਈ ਕਰੇ ਆਪਣੀ। ਇੱਕ ਗੱਲ ਤੇ ਦਾਨੇ ਵਾਲੀ ਸਾਹਿਬ ਬਿਲਕੁਲ ਦਰੁਸਤ ਗੱਲ ਕਹਿੰਦੇ ਆ ਵੀ ਜਦੋਂ ਬੰਦਾ ਇਸ ਵੇਲੇ ਫੜਿਆ ਜਾਂਦਾ ਤੇ ਇੱਕੋ ਗੱਲ ਕਹਿੰਦੀ ਵੀ ਇਹਦਾ ਦਿਮਾਗ ਖਰਾਬ ਸੀ ਜੀ। ਇਹ ਕਹਿ ਦਿੰਦੇ, ਹੋਰ ਕੀ ਕਹਿਣਾ ਇਹਨਾਂ ਨੇ, ਸਾਰਾ ਕਈ ਆਹੀ ਰੌਲਾ ਤਾਂ ਆਹੀ ਹੈ। ਤੇ ਭਾਵੇਂ ਉਹ ਘਟਨਾ ਜਿਹੜੀ ਅੰਮ੍ਰਿਤਸਰ ਦੀ ਹੋਵੇ ਤੇ ਭਾਵੇਂ ਅਨੰਦਪੁਰ ਸਾਹਿਬ ਦੀ ਹੋਵੇ ਤੇ ਜਾਂ ਭਾਵੇਂ ਜਿੱਥੇ ਮਰਜ਼ੀ ਹੋਰ ਹੋਵੇ, ਜੀ ਜੀ, ਉਹ ਘਟਨਾ ਬਾਰੇ ਇਹ ਕਹਿ ਕੇ ਇਹ ਪੱਲਾ ਝਾੜ ਲੈਂਦੇ। ਤੇ ਅੱਜ ਤੱਕ ਜਿਹੜੀਆਂ ਬੇਅਦਬੀਆਂ ਸ਼ੁਰੂ ਵੀ 2015 ਚ ਹੋਈਆਂ, ਪਹਿਲਾਂ ਕੋਈ ਟਾਵੀ ਕਿਤੇ ਮਾੜੀ ਮੋਟੀ ਸੁਣੀ ਸੀ, ਉਦੋਂ ਵੀ ਸਰਕਾਰ ਕਿਹਦੀ ਸੀ ਫਿਰ? ਬਸ ਮੈਂ ਪਹਿਲਾਂ ਕਹਿੰਦਾ ਤੁਹਾਨੂੰ ਗਿਣ ਕੇ ਦੱਸਦਾ ਵੀ 4 ਘਟਨਾਵਾਂ ਵਾਪਰੀਆਂ। ਜਿਹੜੀ ਝੱਕੀ ਸਾਹਿਬ ਵਾਲੀ ਹੈ ਲੁਕੀ ਸੀ ਘਟਨਾ, ਉਹ ਅੱਜ ਬਾਬਾ ਰਾਜਾ ਰਾਜ ਸਿੰਘ ਜੀ ਉਹਦੀ ਮੈਂ ਸੁਣੀ ਤੇ ਮੈਂ ਕਿਹਾ ਸਹੀ ਹੈ ਵੀ ਅਕਾਲੀ ਸਰਕਾਰ ਸੀ ਉਦੋਂ। ਘਟਨਾ ਜੇ 500 ਕਹਿੰਦਾ ਪੋਥੀਆਂ ਉੱਥੇ ਸੜ ਗਈਆਂ, ਗੁੱਟ ਕੇ ਸੜ ਗਏ, ਤੇ ਇਹਦਾ ਮਤਲਬ ਇਹ ਦੋਸ਼ੀ ਸਰਕਾਰ ਹੋਈ ਨਾ। ਬਿਲਕੁਲ 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 ਜੀ। ਅੱਛਾ, ਉਹ ਜਿਹੜੀ ਅਪਡੇਟ ਆ ਗਈ ਹੈ ਜੀ ਲਖਵੀਰ ਦੇ ਹੱਕ ਦੇ ਵਿੱਚ, ਹਿੰਦ ਮਜ਼ਦੂਰ ਕਿਸਾਨ ਸੰਮਤੀ ਕਹਿੰਦੇ, ਉਹ ਲੋਕ ਕਹਿੰਦੇ ਜੀ ਅਸੀਂ ਲਖਵੀਰ ਦੇ ਪਰਿਵਾਰ ਦੇ ਨਾਲ ਹੈ ਤੇ ਜਿਸ ਜਗ੍ਹਾ ਤੇ ਲਖਵੀਰ ਦਾ ਕਤਲ ਹੋਇਆ ਉੱਥੇ ਅਰਦਾਸ ਕਰਨੀ ਹੈ, ਹਵਨ ਕਰਨਾ ਤੇ ਪੁਲਿਸ ਸਾਨੂੰ ਅੱਗੇ ਨਹੀਂ ਜਾਣ ਦਿੰਦੀ। ਸੋ ਪਤਾ ਨਹੀਂ, ਦੇਖੋ ਚਰਚਾ ਇਹ ਸੀਗੀ ਕਿ ਲਖਵੀਰ ਦੀ ਘਰ ਵਾਲੀ ਉਹ ਛੱਡ ਗਈ ਸੀ, ਪਰ ਇਹ ਵੀ ਖਬਰ ਆ ਰਹੀ ਹੈ ਕਿ ਲਖਵੀਰ ਦੀ ਪਤਨੀ, ਬੇਟੀ ਤੇ ਰਿਸ਼ਤੇਦਾਰ ਵੀ ਨਾਲ ਨੇ ਇਸ ਮੌਕੇ, ਪਰ ਲਾਠੀਚਾਰਜ ਹੋਣ ਦੀ ਖਬਰ ਆ ਰਹੀ ਹੈ ਉੱਥੋਂ। ਜੀ ਜੀ ਜੀ, ਪੋਸੀਬਿਲਿਟੀ ਜੀ। ਕਹਿੰਦੇ ਕੁਛ ਉਹਨਾਂ ਚੋਂ ਹੀ ਬੰਦੇ ਨੇ ਜਿਨ੍ਹਾਂ ਨੇ ਕਹਿੰਦੇ 28 ਤਰੀਕ ਨੂੰ ਉੱਥੇ ਇੱਟਾਂ ਡਲੇ ਵਰਸਾਏ ਸੀਗੇ, ਤੇ ਇਹ ਬੰਦੇ ਵੀ ਜਿਹੜੇ ਆ ਉਦੋਂ ਜੋ ਤਸਵੀਰਾਂ ਆ ਰਹੀਆਂ ਨੇ ਉਹ ਮੂਹਰੇ ਸੀਗੇ ਡਲੇ ਬਰਾਉਣ ਵੇਲੇ, ਤੇ ਹੁਣ ਵੀ ਉੱਥੇ ਹੀ ਸੀ। ਕਹਿਣ ਤੋਂ ਭਾਵ ਵੀ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪੂਰਾ। ਜੀ 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 ਜੀ। ਤੇ ਰੇਪ ਪਾਰਟੀ 'ਚ ਜਿਹੜੀ ਉਹ ਬੰਬੇ ਵਾਲੀ ਸੀ, ਉਹਦੇ ਵਿੱਚ ਕੀ ਕੁਛ ਅਪਡੇਟ ਆਈ ਤੁਹਾਡੇ ਕੋਲ? ਵੇਖੋ ਜੀ, ਜਿਹੜੀ ਰੇਪ ਪਾਰਟੀ ਸੀ ਉਹਦੇ ਵਿੱਚ 2 ਬੰਦਿਆਂ ਦੀ ਜ਼ਮਾਨਤ ਕੱਲ ਹੋ ਗਈ ਸੀ। ਅੱਜ ਪੂਰੀ ਉਮੀਦ ਸੀ ਕਿ ਆਰੀਅਨ ਖਾਨ ਦੀ ਜ਼ਮਾਨਤ ਹੋ ਜਾਏਗੀ। ਜੀ। ਆਰੀਅਨ ਖਾਨ ਦੇ ਖੂਨ ਚੋਂ ਕੁਛ ਨਹੀਂ ਨਿਕਲਿਆ, ਉਹਦੇ ਤੇ ਭੱਜ ਰਹੀ ਆ ਟੈਸਟ ਕਰਾਉਣ ਤੋਂ, ਜਿਹੜੀ ਹੈਗੀ ਆ NCB। ਹੁਣ NCB ਵੀ ਆਪ ਉਲਝ ਗਈ। NCB ਦੇ ਇੱਕ ਰੀਜਨਲ ਡਾਇਰੈਕਟਰ ਜਿਹੜਾ ਹੈਗਾ ਸੀਗਾ ਵਾਨਖੇੜੇ, ਉਹਦੀ ਆਪਣੀ ਇਨਕੁਆਇਰੀ ਹੋ ਗਈ, ਆਪਦੀ ਖੁੱਲ ਗਈ ਉਹਦੀ। ਹਾਂਜੀ।
ਉਹਦੇ ਤੇ ਹੁਣ ਵੱਖਰੀ ਇਨਕੁਆਇਰੀ ਬਹਿ ਗਈ ਆ। ਆਪ ਉਹ ਦਿੱਲੀ ਬੈਠਾ ਤੇ ਉੱਥੋਂ ਟੀਮ ਜਿਹੜੀ ਉਹ ਜਾਂਚ ਵਾਸਤੇ ਇੱਥੇ ਆਈ ਹੈ। ਉਹ ਆਪਣੇ ਨੂੰ ਨਿਰਦੋਸ਼ ਦੱਸ ਰਿਹਾ ਸੀ, ਮੈਂ ਬਿਲਕੁਲ ਨਿਰਦੋਸ਼। ਮੇਨ ਚੀਜ਼ ਜਿਹੜਾ ਇਹ ਕੰਮ ਕੀਤਾ ਕਿਉਂ ਗਿਆ ਸੀ ਜੀ, ਜਿਹੜੀਆਂ ਇਹਨਾਂ ਦੀ ਆਪਣੀਆਂ ਹਦਾਇਤਾਂ ਸੀ ਨਾ ਵੀ ਤੁਸੀਂ ਜਿਹੜੀ ਹੈ ਫਿਲਮ ਇੰਡਸਟਰੀ 'ਚ ਵੜ ਕੇ ਵੱਡੇ ਵੱਡੇ ਨੂੰ ਘੇਰੋ ਉਹਨਾਂ ਨੂੰ, ਟੋਕਰੇ 'ਚ ਲਿਆਓ, ਬਾੜੇ 'ਚ ਵਾੜੋ, ਇਹਦਾ ਉੱਥੇ ਫੰਡ ਵਗੈਰਾ ਚਾਹੀਦੇ ਲਿਆਓ। ਤੇ ਆਰੀਅਨ ਦੇ ਵੇਖੋ ਕੋਈ ਬਲੱਡ 'ਚ ਨਹੀਂ ਆਇਆ, ਉਹਦੇ ਕਿਤੇ ਨਹੀਂ ਆਇਆ ਵੀ ਉਹਨੇ ਨਸ਼ਾ ਕੀਤਾ ਸੀਗਾ। ਅੱਛਾ, ਕੁਝ ਵੀ ਨਹੀਂ ਆਇਆ, ਦੱਸੋ। ਨਾ 6 ਗ੍ਰਾਮ ਦੀ ਬਰਾਮਦ ਕੀਤੀ, ਕੋਈ ਦੂਜੇ ਕੋ ਕੀਤੀ, ਉਹਦੇ ਕੋਲ ਕੀਤੀ ਨਹੀਂ ਗਈ। ਉਹ ਤਾਂ ਜਵਾਕ ਚਲੋ ਜਾਵੜਿਆ ਨਾਲ ਵਿਚਾਰਾ ਕਿਸੇ ਦੇ, ਫੇਰ ਤਾਂ ਬਿਲਕੁਲ ਉਹ ਤੇ ਸਿਰਫ ਫਸਾਉਣ ਦੀ ਗੱਲ ਸੀ ਇੱਕ। ਇੱਕ ਤੇ ਤਗੜੀ ਫਿਰ ਸਾਮੀ ਮੋਟੀ ਸੀ ਨਾ, ਪੈਸੇ ਤਾਂ ਉਸੇ ਨਹੀਂ ਦੇਣੇ ਸੀ। ਬਿਲਕੁਲ। ਦੂਸਰੀ ਚੀਜ਼ ਇਹ ਸੀਗੀ ਵੀ ਜਿਹੜਾ 3000 ਕਰੋੜ ਦਾ ਜਿਹੜਾ ਕੰਟੇਨਰ ਹੀ ਨਸ਼ਾ ਆਇਆ ਸੀ, ਉਹਦੇ ਵੀ ਕਿਸ ਤਰੀਕੇ ਦਾ ਦਬਣਾ ਸੀ, ਦਬਣਾ ਉਹਦਾ ਉਹ ਵੀ ਫਿਰ ਧੂਆਂ ਠੰਡਾ, ਪਰ ਛਿਪ ਵੀ ਕਹਿੰਦੇ ਫਿਰ ਵੱਡੇ ਬੰਦੇ ਦੀ ਸੀਗੀ। ਉਧਰ ਫੇਰ ਲੱਗੇ ਵੀ ਜਦੋਂ ਤੁਸੀਂ ਬਾੜਦੇ ਹੋ ਤਲਾਸ਼ੀ, ਤੁਹਾਡੇ ਗਾਰਡ ਕਾਹਦੀ ਲੈਂਦੇ ਜਦੋਂ ਤੁਸੀਂ ਵਿੱਚ ਬਾੜਦੇ ਹੋ। ਬਿਲਕੁਲ 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 ਤੁਹਾਡੀ ਸਹੀ ਗੱਲ ਆ। ਉਹ ਸਿਰਫ ਵੇਖੋ ਉੱਥੇ ਤੇ ਸਾਨੂੰ ਕਹਿੰਦੇ ਨੇ 50 ਕਿਲੋਮੀਟਰ ਤੁਸੀਂ ਭਾਈ ਜਿੱਥੇ ਉੱਥੇ ਲਾਓ ਜਾ ਕੇ, ਜਿੱਥੇ ਤੁਸੀਂ ਕਹਿੰਦੇ ਹੋ ਵੀ ਵੇਖੋ ਉੱਥੇ 3000 ਕਿਲੋਗ੍ਰਾਮ ਉੱਥੇ ਆਇਆ, ਡਰੱਗਸ ਆਈ ਆ, ਨਸ਼ਾ ਆਇਆ ਉੱਥੇ, ਹੀਰਨ ਆਈ ਉੱਥੇ ਆਈ ਆ, ਉੱਥੇ ਤੁਸੀਂ ਘਟਾ ਕੇ 80 ਤੋਂ 50 ਕਿਲੋਮੀਟਰ ਕਰ ਦਿੱਤਾ ਵੀ ਆਪਣੇ ਤੇ ਕੰਮ ਚਲਾਈਏ, ਤੁਸੀਂ ਕੋਈ ਗੱਲ ਕੋਈ ਪਿੱਛੇ ਜੀ। ਇੱਥੇ ਤੁਸੀਂ 15 ਤੋਂ 50 ਕਿਲੋਮੀਟਰ ਕਰ ਦਿੱਤੀ। ਹੁਣ ਦੂਸਰੀ ਚੀਜ਼ ਸੀ, ਇੱਕ ਤੇ ਉਹਨੂੰ ਸੀ ਵੀ ਇਹਨਾਂ ਨੂੰ ਫੜੋ, ਫੰਡ ਆਊ, ਇਲੈਕਸ਼ਨ ਲੜਾਂਗੇ। ਬਿਲਕੁਲ ਜੀ। ਤੀਸਰੀ ਚੀਜ਼ ਨਾਲੇ ਥੱਲੇ ਲਾਵਾਂਗੇ, ਬਦਨਾਮ ਕਰਾਂਗੇ, ਬਦਨਾਮ ਕਰਾਂਗੇ, ਕਮਿਊਨਿਟੀ ਬਦਨਾਮ ਕਰਾਂਗੇ। ਹੁਣ ਜਦੋਂ ਸ਼ਾਹਰੁਖ ਖਾਨ ਜਾ ਕੇ ਮਿਲਿਆ ਆਪਣੇ ਮੁੰਡੇ ਨੂੰ ਉੱਥੇ, ਪਹਿਲਾਂ ਤੇ 3-4 ਮਿੰਟ ਦੋਵੇਂ ਬੋਲ ਹੀ ਸਕੇ ਬਾਪ ਬੇਟਾ, ਦੱਸੋ ਵੇਦਰ ਇੱਕ ਦੂਜੇ ਨੂੰ। ਫਿਰ ਮੁੰਡੇ ਨੇ ਕਿਹਾ ਆਈ ਐਮ ਸੌਰੀ। ਸ਼ਾਹਰੁਖ ਖਾਨ ਸੀ ਤੇ ਕਾਲੀਆਂ ਨਿਕਲ ਆਈਆਂ ਸੀ, ਲੇਕਿਨ ਦਿਸਦਾ ਵੀ ਅੱਖਾਂ 'ਚ ਅਥਰੂ ਨੇ। ਉਹ ਤਾਂ ਪਤਾ ਲੱਗ ਜਾਂਦਾ, ਬੱਚੇ ਦੀ ਅੱਖਾਂ 'ਚ ਅਥਰੂ ਸੀ। ਉਹਨੇ 3 ਵਾਰੀ ਕਿਹਾ ਆਈ ਸੌਰੀ। ਸ਼ਾਹਰੁਖ ਖਾਨ ਨੇ ਫਿਰ ਕਿਹਾ ਆਈ ਟਰਸਟ ਯੂ। ਫਿਰ ਬੱਚੇ ਨੂੰ ਥੋੜਾ ਹੌਸਲਾ ਆਇਆ ਵੀ ਮੇਰੇ ਬਾਪ ਨੂੰ ਮੇਰੇ ਤੇ ਵਿਸ਼ਵਾਸ ਹੈ, ਵੇਖੋ ਜੀ ਮੈਂ ਬੜਾ ਕੰਮ ਨਹੀਂ ਕੀਤਾ। ਹੁਣ ਕੋਸ਼ਿਸ਼ ਬੜੀ ਕੀਤੀ ਗਈ ਵੀ ਚਲੋ ਇਹਨਾਂ ਕੋਲ ਰੁੱਟ ਲਈਏ, ਕੱਟ ਲਈਏ, ਸਭ ਕੁਝ ਕਰ ਲਈਏ। ਹੁਣ 8 ਕਰੋੜ ਰੁਪਇਆ ਕਿੰਨੇ ਚੀਜ਼ ਦਾ ਮਨ ਖਰੀਦ ਜਾਣਾ ਸੀਗਾ। ਬਾਕੀ ਨਾ ਜੀ ਜਿਹੜੇ ਬਾਕੀ ਜਾਣਾ ਸੀਗਾ, ਹਿਸਾਬ ਲੈ ਲਓ ਵੀ 24 ਮੰਗਿਆ ਹਾਂਜੀ, ਤੇ ਬਾਕੀ 16 ਕਿੱਥੇ ਜਾਣਾ ਸੀ? 16 ਕਿੱਥੇ ਜਾਣਾ ਸੀਗਾ। ਤੇ ਦੂਸਰੀ ਚੀਜ਼ ਇਹ ਸੀ ਵੀ ਇਹਨਾਂ ਮੁਸਲਮਾਨਾਂ ਨੂੰ ਬਦਨਾਮ ਕਰਾਂਗੇ ਤੇ ਸਾਡੀਆਂ ਵੋਟਾਂ ਪੱਕੀਆਂ ਹੋਣਗੀਆਂ ਯੂਪੀ ਦੇ ਵਿੱਚ। ਯੂਪੀ ਦੇ ਵਿੱਚ ਪੱਕੀਆਂ ਹੋਣਗੀਆਂ ਵੀ ਦੇਖੋ ਮੁਸਲਮਾਨਾਂ ਦੀ ਬਾਹ ਮਰੋੜਦੇ ਆ। ਬਿਲਕੁਲ। ਉੱਥੇ ਵੇਖੋ ਜੀ ਆਹ ਕੰਮ ਕਰਦੇ ਸੀ, ਆਹ ਕਰਤਾ ਲੋਕਾਂ ਦੇ, ਲੇਕਿਨ ਲੋਕ ਅੱਗੇ ਤੋਂ ਥੋੜੀ ਜਿਹੀ ਸਿਆਣੇ ਹੋ ਗਏ ਜ਼ਰੂਰ। ਅੱਗੇ ਵਾਲੀ ਗੱਲ ਨਹੀਂ ਰਹੀ ਹੁਣ। ਥੋੜਾ ਲੋਕੀ ਮਹਿਸੂਸ ਕਰਦੇ ਯਾਰ ਗਲਤ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਬੰਗਲਾਦੇਸ਼ ਦੇ ਵਿੱਚ ਬਕਾਇਦਾ ਤੌਰ ਤੇ ਹਿੰਦੂਆਂ ਤੇ ਹਮਲੇ ਹੋਏ ਤੇ ਉੱਥੋਂ ਦੀ ਰਾਸ਼ਟਰਪਤੀ ਸਾਰੇ ਨੇਰੀ ਜਾ ਕੇ ਫੜ ਕੇ। ਪਰ ਇੱਥੇ ਨਹੀਂ ਨਾ, ਬਕਾਇਦਾ ਤੌਰ ਤੇ ਉੱਥੇ ਜਿਹੜੇ ਸੀ ਲੋਕ, ਮੁਸਲਮਾਨ ਲੋਕ, ਜਿਹੜੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਸੀ, ਉਹਨਾਂ ਨੇ ਮਸਾਲ ਮਾਰਚ ਕੱਢਿਆ ਹਿੰਦੂਆਂ ਦੇ ਹੱਕ ਦੇ ਵਿੱਚ। ਤੇ ਇੱਥੇ ਤ੍ਰਿਪੁਰਾ ਦੇ ਵਿੱਚ ਮੁਸਲਮਾਨ ਤੇ ਹਮਲਾ ਕਰ ਦਿੱਤਾ। ਤੁਸੀਂ ਤੁਹਾਡੇ ਉੱਥੇ ਤ੍ਰਿਪੁਰਾ ਦੇ ਵਿੱਚ ਦੇਖੋ 6 ਦਿਨ ਹੋ ਗਏ ਲਗਾਤਾਰ ਮਸਜਿਦਾਂ ਦੇ ਉੱਤੇ ਹਮਲਾ ਹੁੰਦੇ, ਖਬਰ ਨਹੀਂ ਆ ਰਹੀ ਕੋਈ। ਤੇ ਇੱਥੇ ਜੇ ਤੁਸੀਂ ਤਾੜੀਆਂ ਮਾਰਤੀਆਂ ਗੇਮ ਦੇ ਵਿੱਚ ਤੇ ਕੀ ਕਹਿੰਦੇ ਤੁਹਾਨੂੰ ਨੌਕਰੀ ਤੋਂ ਕੱਢਤਾ, ਤੁਹਾਡੀਆਂ ਲੱਤਾਂ ਤੋੜਤੀਆਂ, ਤੁਹਾਡਾ ਕਮਰੇ ਤੋੜਤੇ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ। ਜੰਮੂ ਕਿਸੇ ਪਰਚੇ ਦਰਜ ਕਰਤੇ। ਦੱਸੋ ਜਿੰਨਾ ਆਤਿਸ਼ਬਾਜ਼ੀ ਜਲਾਈ ਪਾਕਿਸਤਾਨ ਯਾਰ, ਜਿੱਤ ਜੀ ਦੀ ਮਰਜ਼ੀ ਹੋ ਜਾਏ ਯਾਰ, ਜਿੱਤ ਖੇਡ ਹੈ, ਮੈਂ ਕਿਸੇ ਨੂੰ ਵੀ ਲਾਈਕ ਕਰ ਸਕਦਾ। ਬਿਲਕੁਲ। ਫਿਰ ਤੁਸੀਂ ਕਿਉਂ ਪਾਕਿਸਤਾਨ ਉਤਰੇ ਵੀ ਰਾਹ 'ਚ ਬਿਨਾਂ ਬੀਜੇ ਤੋਂ? ਬਿਲਕੁਲ ਬਿਲਕੁਲ। ਤੁਸੀਂ ਕੱਲ ਦੀ ਕੀ ਲੜ ਗਿਆ ਸੀ ਉੱਥੇ? ਉੱਥੇ ਖਾ ਕੇ ਬਿਰਿਆਨੀਆਂ ਤੇ ਆ ਗਏ ਹੋ ਆਏ ਨੂੰ। ਬਿਲਕੁਲ। ਇਸ ਕਰਕੇ ਜਿਹੜਾ ਇੱਕ ਨਵਾਂ ਕੰਮ ਹੋ ਗਿਆ ਜੀ ਸੱਚ, ਜਿਹੜੇ ਆਪਣੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਦਰਸ਼ਨ ਧਾਲੀਵਾਲ ਤੇ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਪੁੱਠੇ ਹੀ ਮੋੜੀ ਜਾਂਦੇ ਲੈ ਏਅਰਪੋਰਟ ਤੋਂ। ਵੇਖੋ ਇਹਦੀ ਸੱਚਾਈ ਸਾਹਮਣੇ ਵੀ ਕਹਾਣੀ ਕੀ ਹੈਗੀ ਵਿੱਚ। ਦਰਸ਼ਨ ਸਿੰਘ ਧਾਰੀਵਾਲ ਦੀ 31 ਅਕਤੂਬਰ ਨੂੰ ਬੇਟੀ ਦੀ ਸ਼ਾਦੀ ਸੀ ਤੇ ਉਹ ਸ਼ਾਦੀ ਕਰਨ ਵਾਸਤੇ ਇੱਥੋਂ ਆਏ ਸੀ ਤੇ ਲੇਕਿਨ ਉਹਨਾਂ ਦੇ ਭਰਾ ਦੇ ਸ਼ਬਦ ਨੇ ਜੀ ਤੇ ਉਹਨਾਂ ਨੂੰ ਏਅਰਪੋਰਟ ਤੋਂ ਇਸ ਕਰਕੇ ਵਾਪਸ ਕੀਤਾ ਗਿਆ ਕਿ ਉਹ ਕਿਸਾਨ ਮੋਰਚੇ ਦੇ ਸਪੋਰਟਰ ਸੀ। ਬੜੇ ਤੱਕ ਉੱਥੇ ਲੰਗਰ ਲਾਇਆ ਹੋਇਆ ਸੀ। ਲੰਗਰ ਲਾਇਆ ਹੋਇਆ ਸੀ। ਲੇਕਿਨ 31 ਅਕਤੂਬਰ ਨੂੰ 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 31 ਅਕਤੂਬਰ ਨੂੰ
ਇਸ ਕਰਕੇ ਪੁੱਛਿਆ ਵੀ ਤੁਸੀਂ ਆਪਣੇ ਪਹਿਲਾਂ ਲੰਗਰ ਬੰਦ ਕਰੋ, ਆਪਣੀ ਸਪੋਰਟ ਬੰਦ ਕਰੋ, ਫਿਰ ਤੁਹਾਨੂੰ ਇਜਾਜ਼ਤ ਦਿੱਤੀ ਨਹੀਂ ਜੱਟ ਦਿੱਤਾ ਜਾਊਗਾ। ਇਹ ਸੁਰਜੀਤ ਸਿੰਘ ਰੱਖੜੇ ਦੇ ਬਿਆਨ ਨੇ ਅਜੇ ਤੱਕ ਸਿਲੇ ਸਾਹਮਣੇ ਨਹੀਂ, ਲੇਕਿਨ ਸਾਡੇ ਮਾਨਯੋਗ ਬਾਬਾ ਬੋਰਡ ਨੇ ਫਕਰੇ ਕੌਮ ਪੰਥ ਦੇ ਵਾਲੀ ਜਿਹੜੇ ਸਾਡੇ ਹੈਗੇ ਨੇ ਬਾਦਲ ਸਾਹਿਬ ਨੇ ਇੱਕ ਪੱਤਰ ਜ਼ਰੂਰ ਲਿਖਿਆ ਮੋਦੀ ਸਾਹਿਬ ਨੂੰ। ਅੱਛਾ ਜੀ। ਵੇਖੋ ਜੀ, ਇਹ ਬੜਾ ਵਧੀਆ ਪਰਿਵਾਰ ਆ, ਦੇਸ਼ ਨੂੰ ਕੌਮ ਨੂੰ ਸਮਰਪਿਤ ਪਰਿਵਾਰ ਆ ਜੀ। ਇਹਨਾਂ ਨੂੰ ਜਿੱਦਾਂ ਤੁਸੀਂ ਮੁੜਿਆ ਦਾ ਨਹੀਂ ਮੁੜਿਆ ਜਾਣਾ ਚਾਹੀਦਾ ਸੀ। ਹੁਣ ਤੁਸੀਂ ਆਪ ਨਿੱਜੀ ਇੰਟਰਸਟ ਲੈ ਕੇ ਇਹਨਾਂ ਨੂੰ ਬੁਲਾਓ। ਉਹ ਕਿਉਂ ਬੁਲਾਉਣਗੇ ਬਈ? ਉਹਨਾਂ ਦੀ ਕਿਹੜੀ ਵੇਲਣੇ ਚ ਬਾਹ ਆਈ ਹੈ? ਉਹ ਤੇ ਮੋੜਨ ਵਾਲੇ ਸੀ, ਲੇਕਿਨ ਅਜੇ ਤੱਕ ਇਹ ਸੱਚਾਈ ਸਾਹਮਣੇ ਨਹੀਂ ਆਈ ਵੀ ਅਸਲੀਅਤ ਕਹਾਣੀ ਕੀ ਸੀਗੀ। ਉਹ ਇੱਕ ਦੋ ਦਿਨ ਪਤਾ ਲੱਗ ਜਾਏਗਾ ਅਸਲੀਅਤ ਕਹਾਣੀ ਕੀ ਸੀ। ਜੇ ਇਹ ਗੱਲ ਸੱਚੀ ਆ ਤੇ ਫਿਰ ਤੇ ਬਹੁਤ ਮਾੜੀ ਗੱਲ, ਫਿਰ ਤੇ ਪੰਜਾਬ ਦੇ ਲੋਕਾਂ ਨੂੰ ਨੱਕ 'ਚ ਖਲੋ ਜਾਣਾ ਚਾਹੀਦਾ। ਫਿਰ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ, ਸਾਰੀਆਂ ਜਥੇਬੰਦੀਆਂ ਖਲੋਣਾ ਚਾਹੀਦਾ। ਤੇ ਜੇ ਕੋਈ ਹੋਰ ਗੱਲ ਆ ਤੇ ਹੋਰ ਸਰਕਾਰ ਆਪੇ ਦੱਸੇਗੀ ਜੀ। ਜੀ, ਉਹ ਕਹਿੰਦੇ ਵੀ ਮੈਨੂੰ ਇੱਕ ਮੈਸੇਜ ਆਇਆ ਜੀ ਬਾਹਰੋਂ, ਕਹਿੰਦੇ ਵੀ ਢੱਕੀ ਸਾਹਿਬ ਵਾਲੇ ਬਾਬੇ ਦੀ ਜਿਹੜੀ ਗੱਲ ਕਰਦੇ ਹੋ, ਉਹ ਰੇਡੀਓ ਸ਼ੇਰੇ ਪੰਜਾਬ ਵਾਲੇ ਹਰਜੀਤ ਗਿੱਲ ਦਾ ਪਿੰਡ ਹੈ ਜੀ। ਜੀ ਜੀ ਮਕਸੂਦੜਾ। ਜੀ ਜੀ ਮਕਸੂਦੜਾ। ਹਾਂ। ਕਹਿੰਦੇ ਬਾਕੀ ਕਹਿੰਦੇ ਵੀ ਰਿਕਾਰਡ ਤਾਂ ਬਾਬੇ ਦੇ ਵੀ ਬੋਲਦੇ ਨੇ। ਚਲੋ ਨਹੀਂ, ਮੈਂ ਤਾਂ ਕਹਿੰਦਾ ਬੋਲਦੇ ਹੋਣਗੇ। ਹਾਂ। ਸਾਡਾ ਮਤਲਬ ਨਹੀਂ ਬਾਬੇ ਨਾਲ, ਸਾਡਾ ਮਤਲਬ ਸਿਰ ਇਹ ਆ ਵੀ ਜਿਹੜੀਆਂ ਧਾਰਮਿਕ ਪੋਥੀਆਂ ਉਹਨਾਂ ਦੀ ਬੇਅਦਬੀ ਉੱਥੇ ਕਿਉਂ ਕੀਤੀ ਗਈ? ਹਾਂ, ਮਕਸਦ ਇਹ ਆ। ਤੁਸੀਂ ਬਾਬੇ ਨਾਲ ਜਿੱਦਾਂ ਮਰਜ਼ੀ ਨਜਿੱਠੋ, ਉਹਨੂੰ ਫੜ ਕੇ ਅੰਦਰ ਦਿਓ, ਉਹਦੇ ਮਾਰੇ ਕੰਮ ਕਿਤੇ ਭੁਗਤੇ ਹੋ। ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸਿਰਫ ਇਹ ਗੱਲ ਕੀਤੀ ਆ ਵੀ ਕੋਈ ਤਰਤੀਬ ਹੁੰਦੀ ਆ। ਅੱਜ ਤੁਸੀਂ ਸਾਕਾ ਨੀਲਾਧਾਰਨ ਦੀ ਗੱਲ ਕਰਦੇ ਪੈਨੇ, ਗੁਰੂ ਗ੍ਰੰਥ ਸਾਹਿਬ ਉੱਥੇ ਜਿਹੜੇ ਸੀ ਸੜ ਗਏ ਸੀ, ਜਿਹੜੇ ਤੁਹਾਡੇ ਵੇਲੇ ਸੀ ਉਹ ਕਿੱਥੇ ਜਾਣੇ ਆ? ਉਹਦਾ ਵੀ ਜਵਾਬ ਸਾਬਤ ਦੇ ਦਿਓ। ਤੇ ਸਾਡਾ ਮਤਲਬ ਬਾਬੇ ਦਾ ਕੋਈ ਨਹੀਂ ਹੈਗਾ। ਸਾਡਾ ਇੱਕ ਬੇਜ਼ਬਾਨੇ ਜਿਹੜੇ ਸੀ, ਜੋ ਘੋੜਿਆਂ ਦੀ ਲੱਤਾਂ ਤੋੜਨ ਦਾ, ਜਾਂ ਜਿਹੜੇ ਸੀ ਇਹ ਬਕਾਇਦਾ ਤੌਰ ਤੇ ਜਿਹੜੇ ਆ ਸਾਡੇ ਹੈਗੇ ਆ ਉੱਥੇ ਧਾਰਮਿਕ ਜਿਹੜੀ ਸਾਡੇ ਪੋਥੀਆਂ ਸੀ ਉਹਨਾਂ ਦੀ ਅੱਗ ਲਾਉਣਾ, ਸਾੜਨਾ, ਉਹ ਕਿਉਂ ਸੜੇ ਗਏ? ਬਾਬੇ ਦਾ ਸਾਡਾ ਕੋਈ ਮਤਲਬ ਨਹੀਂ। ਬਾਬੇ ਦਾ ਜੋ ਰਿਕਾਰਡ ਹੋਵੇ ਉਹ ਭੁਗਤੇ। ਅੱਛਾ, ਜਾਂਦੇ ਕਹਿੰਦੇ ਮੈਨੂੰ ਦੱਸ ਕੇ ਜਾਓ ਵੀ ਚਰਚਾ ਹੋ ਰਹੀ ਹੈ, ਗੱਲ ਆ ਰਹੀ ਹੈ ਕਿ ਗੋਧਰਾ ਕਾਂਡ ਦੇ ਵਿੱਚ ਨਰਿੰਦਰ ਮੋਦੀ ਦੀ ਪੇਸ਼ੀ ਹੋ ਸਕਦੀ ਹੈ। ਬਿਲਕੁਲ ਜੀ। ਇਹ ਗੋਧਰਾ ਕਾਂਡ ਜਦੋਂ ਹੋਇਆ ਨਾ ਜੀ, ਇਹ 2002 ਚ ਹੋਇਆ। 2002 ਦੇ ਵਿੱਚ ਇੱਕ ਇਹਸਾਨ ਜਾਫਰੀ ਨਾਂ ਦਾ ਇੱਕ MP ਸੀਗਾ ਕਾਂਗਰਸ ਦਾ। ਉਹ ਉੱਥੇ ਗੁਲਮਰਗ ਸੁਸਾਇਟੀ ਇੱਕ ਹੈਗੀ ਸੀ, ਗੁਲਮਰਗ ਸੁਸਾਇਟੀ ਹੈਗੀ ਸੀ ਗੁਜਰਾਤ ਦੇ ਵਿੱਚ, ਅਹਿਮਦਾਬਾਦ ਚ। ਉੱਥੇ ਰਹਿੰਦਾ ਸੀਗਾ ਤੇ ਉੱਥੇ ਰਹਿਣ ਦੇ ਉੱਤੇ ਬਕਾਇਦਾ ਤੌਰ ਤੇ ਅਬਦਰੀਆਂ ਨੇ ਹਮਲਾ ਕੀਤਾ ਤੇ ਉੱਥੇ 69 ਬੰਦੇ ਮਾਰ ਦਿੱਤੇ ਗਏ ਜੀ, ਜਿਹਦੇ ਵਿੱਚ ਇਹਸਾਨ ਜਾਫਰੀ ਵੀ ਸੀਗਾ। ਜਦੋਂ ਇਹ ਮਾਰ ਦਿੱਤੇ ਗਏ ਤੇ ਬਕਾਇਦਾ ਤੌਰ ਤੇ 39 ਲਾਸ਼ਾਂ ਬਰਾਮਦ ਹੋਈਆਂ ਸੀ, ਬਾਕੀ 30 ਲਾਸ਼ਾਂ ਹੀ ਨਹੀਂ ਸੀ ਲੱਭੀਆਂ ਕਿੱਥੇ ਗਈਆਂ। ਅੱਛਾ ਜੀ। 7 ਸਾਲ ਬਾਅਦ ਉਹਨਾਂ ਨੂੰ ਡਿਕਲੇਅਰ ਕਰਤਾ ਕਿ ਇਹ ਬੰਦੇ ਮਰ ਚੁੱਕੇ ਨੇ। 69 ਲਾਸ਼ਾਂ ਦੀ ਬਰਾਮਦ ਹੋਈਆਂ ਤੇ ਅਦਾਲਤ ਨੇ ਉਹਨਾਂ ਦਾ ਸੈਸ਼ਨ ਕੋਰਟ ਨੇ ਕੱਖ ਨਹੀਂ ਕੀਤਾ। ਉਹਨੇ ਕਿਹਾ ਜੀ ਪਤਾ ਨਹੀਂ ਕੌਣ ਮਾਰ ਗਿਆ ਜੀ। ਉਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਹੈਗੀ ਆ ਉਹਦੀ ਆਪਣੀ ਦੀ ਜਕੀਆ ਆਪਣੀ ਜਾਫਰੀ, ਉਹਦੀ ਪਤਨੀ ਜੀ, ਈਵਨ ਇੱਥੋਂ ਤੱਕ ਕਾਂਗਰਸ ਦਾ MP ਹੋਵੇ, ਕਾਂਗਰਸ ਵੀ ਡੱਡਾ ਨਹੀਂ ਗਾਇਆ ਉੱਥੇ ਉਹਦੇ। ਅੱਛਾ ਜੀ। ਜਕੀਆ ਜਾਫਰੀ ਕੋਰਟ ਜਾਂਦੀ ਆ, ਕੋਰਟ ਦੇ ਵਿੱਚ ਕੋਈ ਇਨਸਾਫ ਨਹੀਂ ਮਿਲਦਾ। ਹਾਈ ਕੋਰਟ ਜਾਂਦੀ, ਪਟੀਸ਼ਨ ਖਾਰਜ ਹੁੰਦੀ, ਸੁਪਰੀਮ ਕੋਰਟ ਜਾਂਦੀ। ਅੱਜ ਕਰੀਬ 19 ਸਾਲ ਹੋ ਗਏ ਇਸ ਗੱਲ ਨੂੰ। ਸੁਪਰੀਮ ਕੋਰਟ ਉਹਦੀ ਪਟੀਸ਼ਨ ਪਈ ਰਹਿੰਦੀ ਆ, ਕੋਈ ਸੁਣਦਾ ਨਹੀਂ। ਹੁਣ ਆ ਕੇ ਰਮੰਨਾ ਸਾਹਿਬ ਨੇ ਪਟੀਸ਼ਨ ਕੱਢੀ ਆ ਤੇ ਜਿਹੜੇ ਕਪਲ ਸਿੱਬਲ ਉਹਦੇ ਵਕੀਲ ਨੇ ਬਕਾਇਦਾ ਤੌਰ ਜੀ ਤੇ ਕਪਲ ਸਿੱਬਲ ਨੇ ਵਕੀਲ ਕੱਢੀ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਸਾਰੇ ਸਬੂਤ ਦੇ ਦਿੱਤੇ ਵੀ ਆਹ ਬੰਦੇ ਮਾਰਨ ਵਾਲੇ ਆਹ ਸ਼ਾਮਲ ਸੀਗੇ ਬਕਾਇਦਾ ਤੌਰ ਤੇ ਉਹਦੇ ਚ ਪ੍ਰਧਾਨ ਮੰਤਰੀ ਦਾ ਨਾਂ ਜਾਂ ਟੱਲੀ ਵਾਂਗ ਬੋਲਣਾ ਵੀ ਇਹਦੇ ਕਹਿਣ ਤੇ ਸਭ ਕੁਝ ਉੱਤੇ ਆਇਆ, ਉਹਦੇ ਮੁੱਖ ਮੰਤਰੀ ਸਨ ਜੀ। ਹੁਣ ਜਦੋਂ ਪ੍ਰਧਾਨ ਮੰਤਰੀ ਦਾ ਨਾਂ ਵਿੱਚ ਬੋਲਣ ਡਿਆ ਉਹਦੇ ਤੇ ਇਹਦਾ ਮਤਲਬ ਫਿਰ ਪ੍ਰਧਾਨ ਮੰਤਰੀ ਦੀ ਸੁਪਰੀਮ ਕੋਰਟ ਦੇ ਪੇਸ਼ੀ ਹੋ ਸਕਦੀ, ਬੁਲਾ ਸਕਦੀ। ਬਿਲਕੁਲ ਜੀ। ਉਹ ਰਮੰਨਾ ਜੀ ਹੈਲੋ ਜੀ ਪੱਟੀ ਸਾਹਿਬ ਆਵਾਜ਼ ਟੁੱਟ ਗਈ। ਚਲੋ ਮਾਫੀ ਚਾਹੁੰਦੇ ਤੁਹਾਡੇ ਤੋਂ।
ਜੀ ਆ ਗਈ ਆਵਾਜ਼ ਹੁਣ? ਆ ਗਈ ਜੀ, ਆ ਗਈ। ਕੀ ਗੜਬੜ ਕੀ ਹੋ ਜਾਂਦੀ ਹੈ? ਪਤਾ ਨਹੀਂ ਕੀ ਗੱਲ ਸੀ। ਉਹ ਬਕਾਇਦਾ ਤੌਰ ਤੇ ਜਿਹੜੀ ਜ਼ਕੀਆ ਜਾਫਰੀ ਆ ਜੀ, ਹੂੰ ਉਹਦੇ ਵੱਲੋਂ ਜਿਹੜੇ ਐਫਰਟ ਕੀਤੇ ਸੀ ਉਹ ਰੰਗ ਲਿਆਏ ਤੇ ਉਹ ਅਪੀਲ ਮਨਜ਼ੂਰ ਹੋ ਗਈ ਹੈ ਤੇ ਹੁਣ ਉੱਤੇ ਸੁਣਵਾਈ ਸ਼ੁਰੂ ਹੋਏਗੀ। ਹੂੰ ਜੇ ਸੁਣਵਾਈ ਸ਼ੁਰੂ ਹੁੰਦੀ ਤੇ ਜੇ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਬਣਾਉਂਦੇ ਤੇ ਬੜੀ ਵੱਡੀ ਗੱਲ ਹੋਈ। ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ ਤਾਂ। ਲੇਕਿਨ ਰਮੰਨਾ ਸਾਹਿਬ ਨੂੰ ਆਪਣਾ ਬੰਦੋਬਸਤ ਕਰਨਾ ਚਾਹੀਦਾ। ਉਹ ਤਾਂ ਕਰਨਾ ਹੀ ਪੈਣਾ ਜੀ। ਉਹ ਕਿਤੇ ਆਪਾਂ ਕੱਲ ਨੂੰ ਕਰਾਂਗੇ ਫਿਰ ਗੱਲ, ਉਹ ਕਿਤੇ ਉਹ ਜੱਜ ਵਾਲੀ ਨਾ ਹੋ ਜੇ ਪਹਿਲਾਂ ਵਾਲੀ। ਜੀ 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 ਜੀ। ਸੋ ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ, ਸ਼ੁਕਰੀਆ ਜੀ। ਸ਼ੁਕਰੀਆ। ਸੋ ਬ੍ਰੇਕ ਜੀ, ਬ੍ਰੇਕ ਤੋਂ